नारी मां जी दी मायस फड़दा आस नहीं होती जिथे आस पैदा करदा छड़ नारी मां जी दी मायस फड़दा यूसुफ वर्गे रो यूसुफ वर्गे रो यूसुफ वर्गे रो जिंदा तक बिठा सच्चे दिल वाला भी रब सुनता दुआ सच्चे दिल वाला भी रब सुनता दुआ सच्चे दिल वाला भी रब सुनता दुआ रो रो के कर दे दुआ रो रो के कर दे दुआ रो रो के कर दे दुआ रब सुनदा दुआ सच्चे दिल वाला भी रब सुनदा दुआ सच्चे दिल वाला भी रब सुनदा दुआ सच्चे दिल वाला भी रब सुनदा दुआ दुखा परेशानियां दा हल यसु करदा सच्चे दिलों नासरी दा भला लेड़ा पड़दा दुखा परेशानियां दा हल यसु करदा सच्चे दिलों नासरी दा भला लेड़ा पड़दा पापा ने बंदना तो पापा ने बंदना तो यसु लेंदा छुड़ा सच्चे दिल वाला भी रब सुनदा
फड़दा आस नहीं होती जिथे आस पैदा करेगा छड़ना ईमान की पायस फड़दा यूसुफ वर्गे यूसुफ वर्गे जिंदा तकदीर मिटा सच्चे दिल वालियां दी रब सुनदा दुआ सच्चे दिल वालियां दी रब सुनदा दुआ सच्चे दिल वालियां दी रब सुनदा दुआ रो रो के कर दे दुआ रो रो के कर दे दुआ रो रो के कर दे दुआ रब सुनदा दुआ सच्चे दिल वालियां दी 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 रब सुनदा दुआ 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 और वडियाई होवे अज इतवार के दिन परमेश्वर की आराधना करने के लिए तुसीं सारे आए हो खुदा तुहानूं बहुतायत रूप नाल आशीष देवे अज असीं वचन चो सुनांगे परिवारिक बरकतां दियां रहस्य की है वट इज़ द सीक्रेट ऑफ फैमिली ब्लैसिंग्स परिवारिक आशीष दी बरकत रहस्य की है पेत की है what is the secret of family blessings पढ़ांगे दूसरा शामुएल 6 बाब 1 तो 12 आयत तक कोई पढ़ो सेकंड शामुएल चैप्टर 6 फ्रॉम वर्स 1 to 12 दूसरा शामुएल 6 बाब 1 तो 12 आयत तक कोई पढ़े फिर दाऊद ने इस्राएल दे सारे चुने हुए 30,000 जवानां नूं इकट्ठा कीता ਤਾਂ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਲੈ ਕੇ ਬਾਲੇ ਯਹੂਦਾ ਤੋਂ ਤੁਰਿਆ ਇਸ ਕਰਕੇ ਜੋ ਪਰਮੇਸ਼ਰ ਦੇ ਸੰਦੂਕ ਨੂੰ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾ ਦੇ ਯਹੋਵਾ ਦੇ ਨਾਮ ਤੋਂ ਸਦਾਉਂਦਾ ਹੈ ਜੋ ਕਰੂਬੀਆਂ ਦੇ ਉੱਤੇ ਵਿਰਾਜਮਾਨ ਹੈ ਉੱਥੋਂ ਚੜਾ ਕੇ ਲੈ ਆਵੇ ਸੋ ਉਹਨਾਂ ਨੇ ਪਰਮੇਸ਼ਰ ਦੇ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਹਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਾ ਵਿੱਚ ਸੀ ਚੁੱਕ ਲਿਆਏ ਅਤੇ ਅਬੀਨਾਦਾਬ ਦੇ ਪੁੱਤਰਾ ਊਜਾ ਅਤੇ ਅਹਿਓ ਨੇ ਉਸ ਨਵੀਂ ਗੱਡੀ ਨੂੰ ਹੱਕਿਆ ਅਤੇ ਉਹ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਾ ਵਿੱਚ ਸੀ ਚੁੱਕ ਲਿਆਏ ਅਤੇ ਪਰਮੇਸ਼ਰ ਦੇ ਸੰਦੂਕ ਦੇ ਨਾਲ ਨਾਲ ਗਏ ਪਰ ਇਹੋ ਸੰਦੂਕ ਦੇ ਅੱਗੇ ਅੱਗੇ ਤੁਰਿਆ ਅਤੇ ਦਾਊਦ ਅਤੇ ਇਸਰਾਇਲ ਦਾ ਸਾਰਾ ਘਰਾਨਾ ਚੀਲ ਦੀ ਲੱਕੜ ਦੇ ਸਭਨਾ ਤਰ੍ਹਾਂ ਦੇ ਵਾਜੇ ਅਰਥਾਤ ਬੀਨ ਮੱਧਮ ਖੰਜਰੀਆਂ ਚਿਮਟਾ ਤੇ ਛੈਣੇ ਲੈ ਕੇ ਯਹੋਵਾ ਦੇ ਅੱਗੇ ਅੱਗੇ ਵਜਾਉਂਦੇ ਤੁਰੇ ਜਾਂ ਉਹਨਾਂ ਕੌਣ ਦੇ ਪਿੜ ਕੋਲ ਅਪੜੇ ਤਾਂ ਊਜਾ ਨੇ ਹੱਥ ਲੰਮਾ ਕਰਕੇ ਪਰਮੇਸ਼ਰ ਦੇ ਸੰਦੂਕ ਨੂੰ ਫੜ ਕੇ ਸੰਭਾਲਿਆ ਕਿਉਂ ਜੋ ਬਲਦ ਪੋਖੜ ਪਏ ਸਨ ਤਦ ਯਹੋਵਾ ਦਾ ਕ੍ਰੋਧ ਊਜਾ ਦੇ ਉੱਤੇ ਭੜਕਿਆ ਅਤੇ ਪਰਮੇਸ਼ਰ ਦੇ ਦੋਸ਼ ਦੇ ਕਾਰਨ ਉਹਨੂੰ ਮਾਰਿਆ ਅਤੇ ਉਹ ਯਹੋਵਾ ਦੇ ਸੰਦੂਕ ਦੇ ਕੋਲ ਹੀ ਮਰ ਗਿਆ ਦਾਊਦ ਉਦਾਸ ਹੋ ਗਿਆ ਇਸ ਕਰਕੇ ਜੋ ਯਹੋਵਾ ਊਜਾ ਉੱਤੇ ਆਣ ਪਿਆ ਅਤੇ ਉਹਨੇ ਉਸ ਥਾਂ ਦਾ ਨਾਮ ਪਰਸੂਜਾ ਰੱਖਿਆ ਜੋ ਅੱਜ ਤੋੜੀ ਹੈ ਅਤੇ ਦਾਊਦ ਉਸ ਦਿਹਾੜੇ ਯਹੋਵਾ ਕੋਲੋਂ ਡਰਿਆ ਅਤੇ ਆਖਿਆ ਕਿ ਯਹੋਵਾ ਦਾ ਸੰਦੂਕ ਮੇਰੇ ਕੋਲ ਕਿੱਕਰ ਆਵੇਗਾ ਸੋ ਦਾਊਦ ਦਾ ਜੀ ਨਾ ਕੀਤਾ
ਜੋ ਯਹੋਵਾ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ। ਤਾਂ ਦਾਊਦ ਉਹਨੂੰ ਇੱਕ ਪਾਸੇ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ ਅਤੇ ਯਹੋਵਾ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ 3 ਮਹੀਨੇ ਪਿਆ ਰਿਹਾ ਅਤੇ ਯਹੋਵਾ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ। ਦਾਊਦ ਪਾਤਸ਼ਾਹ ਨੂੰ ਲੋਕਾਂ ਨੇ ਇਹ ਖਬਰ ਦਿੱਤੀ ਕਿ ਓਬੇਦ-ਅਦੋਮ ਦੇ ਘਰ ਨੂੰ ਉਸ ਦੀਆਂ ਸਾਰੀਆਂ ਵਸਤਾਂ ਨੂੰ ਪਰਮੇਸ਼ਰ ਦੇ ਸੰਦੂਕ ਦੇ ਕਾਰਨ ਯਹੋਵਾ ਨੇ ਬਰਕਤ ਦਿੱਤੀ ਹੈ। ਤਦ ਦਾਊਦ ਗਿਆ ਅਤੇ ਪਰਮੇਸ਼ਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਦਾਊਦ ਦੇ ਸ਼ਹਿਰ ਵਿੱਚ ਨਿਹਾਲ ਹੋ ਕੇ ਚੜਾ ਲਿਆਇਆ। ਬਸ ਆਮੀਨ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਅਸੀਂ ਵਚਨ ਨੂੰ ਦੇਖ ਰਹੇ ਹਾਂ ਕਿ ਪਰਿਵਾਰਿਕ ਬਰਕਤਾਂ ਦੀਆਂ ਔਰ ਰਹੱਸ ਕੀ ਹੈ। ਇੱਕ ਕਹਾਣੀ ਨੂੰ ਅਸੀਂ ਪੜ੍ਹਿਆ, ਦਾਊਦ ਇੱਕ ਵਾਰ ਇਜ਼ਰਾਈਲ ਦੇ ਵਿੱਚੋਂ ਸਾਰੇ ਵੀਰਾਂ ਨੂੰ ਲਗਭਗ 30,000 ਫੌਜੀਆਂ ਨੂੰ ਆਪਣੇ ਨਾਲ ਇਕੱਠਾ ਕਰਕੇ ਇੱਕ ਜਗ੍ਹਾ ਦੇ ਵਿੱਚ ਗਿਆ ਜਿੱਥੇ ਉਹ ਪਰਮੇਸ਼ਰ ਦੇ ਸੰਦੂਕ ਨੂੰ ਵਾਪਸ ਲੈ ਕੇ ਆ ਰਿਹਾ ਹੈ। ਪਰਮੇਸ਼ਰ ਦਾ ਸੰਦੂਕ ਅਬੀਨਦਾਬ ਦੇ ਘਰ ਦੇ ਵਿੱਚ 20 ਸਾਲ ਰਿਹਾ। ਇਟ ਵਾਸ देयर ਫॉर 20 years। ਲੇਕਿਨ 20 ਸਾਲ ਉਸ ਜਗ੍ਹਾ ਦੇ ਵਿੱਚ ਰਹਿਣ ਤੋਂ ਬਾਵਜੂਦ ਦਾਊਦ ਨੇ ਇੱਕ ਵਾਰ ਮਨ ਦੇ ਵਿੱਚ ਇਹ ਖਿਆਲ ਆਇਆ, ਪਰਮੇਸ਼ਰ ਦਾ ਵਾਚਾ ਦਾ ਸੰਦੂਕ ਅਬੀਨਦਾਬ ਦੇ ਘਰ ਦੇ ਵਿੱਚ ਨਹੀਂ, ਇਹ ਮੇਰੇ ਦਾਊਦਪੁਰ ਦੇ ਵਿੱਚ ਆਉਣਾ ਚਾਹੀਦਾ ਹੈ। ਸੋ ਜਦ ਉਸਨੇ ਐਸਾ ਫੈਸਲਾ ਕੀਤਾ, ਇਹ ਸੰਦੂਕ ਜਦ ਉਸ ਨੂੰ ਲੈ ਕੇ ਆਣਾ ਸੀ, ਸੰਦੂਕ ਦੀ ਖਾਸੀਅਤ ਕੀ ਸੀ? ਸੰਦੂਕ ਦੇ ਵਿੱਚ 3 ਚੀਜ਼ਾਂ ਸਨ। ਨੰਬਰ 1 ਗੁਪਤ ਮੰਨਾ ਸੀ। ਗੁਪਤ ਮੰਨਾ ਦਾ ਕੜਾ ਸੀ, ਜਿਸ ਦਾ ਅਰਥ ਸੀ ਪਰਮੇਸ਼ਰ ਦਾ ਇੰਤਜ਼ਾਮ। ਪਰਮੇਸ਼ਰ ਦਾ ਇੰਤਜ਼ਾਮ। ਖੁਦਾ ਦਾ ਇੰਤਜ਼ਾਮ। ਕਿਸ ਤਰ੍ਹਾਂ ਪਰਮੇਸ਼ਰ ਨੇ ਉਜਾੜ ਦੇ ਵਿੱਚ ਲੋਕਾਂ ਨੂੰ ਮੰਨਾ ਖਿਲਾਇਆ, ਸੁਰਗੀ ਮੰਨਾ ਖਿਲਾਇਆ, ਇੰਤਜ਼ਾਮ। ਦੂਸਰਾ, ਉਸ ਵਿੱਚ 10 ਹੁਕਮ ਸਨ, 2 ਤਖਤੀਆਂ, 2 ਫਟੀਆਂ ਜਿਸ ਵਿੱਚ 10 ਹੁਕਮ ਲਿਖੇ ਗਏ, ਅਰਥਾਤ ਪਰਮੇਸ਼ਰ ਦਾ ਵਚਨ। ਤੀਸਰਾ, ਹਾਰੂਨ ਦੀ ਛੜੀ ਸੀ। ਹਾਰੂਨ ਦੀ ਛੜੀ ਦਾ ਅਰਥ ਸੀ ਪਰਮੇਸ਼ਰ ਦੇ ਦਾਸਾਂ ਦੇ ਦੁਆਰਾ ਅਗਵਾਈ ਨੂੰ ਪਾਣਾ। 3 ਚੀਜ਼ਾਂ, ਡਾਇਰੈਕਸ਼ਨ, ਪ੍ਰੋਵੀਜ਼ਨ ਐਂਡ ਦੀ ਲਾਅ ਆਫ ਗॉड। ਪਰਮੇਸ਼ਰ ਦਾ ਕਾਇਦਾ ਕਾਨੂੰਨ, ਪਰਮੇਸ਼ਰ ਦਾ ਵਚਨ, ਪਰਮੇਸ਼ਰ ਦਾ ਇੰਤਜ਼ਾਮ ਔਰ ਪਰਮੇਸ਼ਰ ਦੀ ਅਗਵਾਈ। ਇਹ ਤਿੰਨੋਂ ਚੀਜ਼ਾਂ ਇੱਕ ਸੰਦੂਕ ਦੇ ਵਿੱਚ ਸਨ। ਔਰ ਜਦ ਇਹ ਤਿੰਨੋਂ ਚੀਜ਼ਾਂ ਇੱਕ ਸੰਦੂਕ ਦੇ ਵਿੱਚ ਸਨ, ਅਬੀਨਦਾਬ ਦੇ ਘਰ ਦੇ ਵਿੱਚ ਇਹ 20 ਸਾਲ ਪਿਆ। ਲੇਕਿਨ ਇਹ 30,000 ਲੋਕਾਂ ਨੂੰ ਦਾਊਦ ਜਦੋਂ ਲੈ ਕੇ ਜਾ ਰਿਹਾ ਹੈ, ਦਾਊਦ ਨੇ ਸੋਚਿਆ ਮੈਂ ਇਸ ਨੂੰ ਲੈ ਕੇ ਆਵਾਂਗਾ। ਸੋ ਉਸ ਨੇ ਲਿਖਿਆ, ਪਰਮੇਸ਼ਰ ਦੇ ਸੰਦੂਕ ਨੂੰ ਇੱਕ ਨਵੀਂ ਗੱਡੀ ਦੇ ਉੱਤੇ ਚੜਾਇਆ। ਕਿਹਦੇ ਉੱਤੇ? ਨਵੀਂ ਗੱਡੀ ਤੇ। ਕਿਹਦੇ ਉੱਤੇ? ਨਵੀਂ ਗੱਡੀ ਤੇ। ਇੱਕ ਨਵੀਂ ਗੱਡੀ ਦੇ ਉੱਤੇ ਚੜਾ ਕੇ ਔਰ ਅਬੀਨਦਾਬ ਦੇ ਘਰੋਂ ਉਸਨੇ ਉਸ ਨੂੰ ਬਾਹਰ ਨਿਕਾਲਿਆ। ਅਬੀਨਦਾਬ ਦੇ 2 ਪੁੱਤਰ ਔਰ ਉਜ਼ਾ ਔਰ ਅਹੂਓ ਨੂੰ ਜ਼ਿੰਮੇਵਾਰੀ ਦਿੱਤੀ ਕਿ ਇਸ ਬੈਲ ਗੱਡੀ ਦਾ ਇੰਤਜ਼ਾਮ ਤੁਸੀਂ ਕਰਨਾ, ਇਸ ਨੂੰ ਫੜਨਾ ਜਾਂ ਇਸ ਦੀ ਦੇਖ ਰੇਖ ਕਰਨਾ। ਮੇਰੇ ਪਿਆਰੇ ਅਜ਼ੀਜ਼ੋ, ਵਚਨ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਜਦ ਇਸ ਪ੍ਰਕਾਰ ਨਾਲ ਉਹ ਜਾ ਰਹੇ ਸਨ, ਰਸਤੇ ਦੇ ਵਿੱਚ ਠੇਡਾ ਖਾਇਆ ਔਰ ਬੈਲ ਡਗਮਗਾਇਆ। ਲੇਕਿਨ ਉਸ ਜਗ੍ਹਾ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਉਸ ਵੇਲੇ ਊਜਾ ਨੇ ਆਪਣਾ ਹੱਥ ਪਰਮੇਸ਼ਰ ਦੇ ਸੰਦੂਕ ਦੇ ਵੱਲ ਹੱਥ ਨੂੰ ਵਧਾਇਆ, ਉਸ ਨੂੰ ਫੜਿਆ, ਲੇਕਿਨ ਉਸੇ ਵੇਲੇ ਊਜਾ ਮਰ ਗਿਆ। ਊਜਾ ਮਰ ਗਿਆ। ਇਹ ਦੇਖ ਕੇ ਔਰ ਸੁਣ ਕੇ ਦਾਊਦ ਬੜਾ ਘਬਰਾ ਗਿਆ। ਲੇਕਿਨ ਦਾਊਦ ਤਾਂ ਬੜਾ ਖੁਸ਼ੀ ਦੇ ਨਾਲ, ਬੜੇ ਆਨੰਦ ਦੇ ਨਾਲ ਵੀਣਾ ਵਜਾ ਕੇ, ਸਾਜ਼ ਵਜਾ ਕੇ 30,000 ਲੋਕਾਂ ਦੇ ਨਾਲ ਖੁਸ਼ੀ ਕਰਦੇ ਹੋਏ ਆਪਣੇ ਘਰ ਦੇ ਵਿੱਚ ਲੈ ਕੇ ਆ ਰਿਹਾ ਹੈ। ਇਸ ਵਿੱਚ ਗਲਤੀ ਕੀ ਹੈ? ਇਹਨੇ ਸਾਲ ਤੋਂ ਉਸ ਜਗ੍ਹਾ ਦੇ ਵਿੱਚ ਪਿਆ, ਅੱਜ ਉਹ ਆਪਣੇ ਇਲਾਕੇ ਦੇ ਵਿੱਚ, ਆਪਣੇ ਔਰ ਸ਼ਹਿਰ ਦੇ ਵਿੱਚ ਉਸ ਨੂੰ ਲੈ ਕੇ ਆਉਣ ਦਾ ਫੈਸਲਾ ਕੀਤਾ। ਉਸ ਵਿੱਚ ਗਲਤ ਕੀ ਹੋਇਆ? ਮੇਰੇ ਪਿਆਰੇ ਰੱਬ ਦੇ ਲੋਕੋ, ਗਲਤ ਨੰਬਰ 1 ਇਹ ਸੀ, ਵਾਚਾ ਦਾ ਸੰਦੂਕ ਨਵੀਂ ਗੱਡੀ ਉੱਤੇ ਚੜਾਉਣ ਦਾ ਹੁਕਮ ਨਹੀਂ ਸੀ, ਇਹ ਲੇਵੀਆਂ ਦੇ ਮੋਢਿਆਂ ਦੇ ਉੱਤੇ ਚੜਾਉਣ ਦਾ ਹੁਕਮ ਸੀ। ਹਾਲੇਲੂਇਆ। ਜਦ ਅਸੀਂ ਪਰਮੇਸ਼ਰ ਦਾ ਕੰਮ ਆਪਣੇ ਤਰੀਕੇ ਦੇ ਨਾਲ ਕਰਦੇ ਹਾਂ, ਵੀ ਵਿਲ ਫੇਲ, ਅਸੀਂ ਹਾਰ ਜਾਵਾਂਗੇ। ਲੇਕਿਨ ਪਰਮੇਸ਼ਰ ਦਾ ਕੰਮ ਜਦ ਪਰਮੇਸ਼ਰ ਦੇ ਤਰੀਕੇ ਦੇ ਨਾਲ ਹੀ ਹੋਏਗਾ, ਉਹ ਸਫਲ ਹੋਏਗਾ। ਹਾਲੇਲੂਇਆ। 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 ਇਹ ਵਾਚਾ ਦੇ ਸੰਦੂਕ ਨੂੰ ਕੈਰੀ ਕਰਨਾ, ਉਠਾਣਾ ਕੋਈ ਆਸਾਨ ਕੰਮ ਨਹੀਂ ਹੈ, ਬਹੁਤ ਭਾਰਾ ਸੀ। ਲੇਕਿਨ ਲੇਵੀਆਂ ਦੇ ਮੋਢਿਆਂ ਦੇ ਉੱਤੇ ਲੈ ਕੇ ਜਾਣਾ, ਇਹ ਖੁਦਾ ਹੀ ਬਲ ਦੇ ਸਕਦਾ ਹੈ। ਕੌਣ ਬਲ ਦੇ ਸਕਦਾ ਸੀ? ਖੁਦਾ ਦੇ। ਪਰਮੇਸ਼ਵਰ ਹੀ ਬਲ ਦੇ ਸਕਦਾ ਸੀ। ਜਦ ਉਸ ਜਗ੍ਹਾ ਦੇ ਵਿੱਚ ਇੱਕ ਐਸੀ ਮੌਤ ਹੋ ਗਈ,
ਉਸ ਜਗ੍ਹਾ ਦੇ ਵਿੱਚੋਂ ਜਾ ਰਹੇ ਨੇ। ਦਾਊਦ ਨੇ ਸੋਚਿਆ ਮੈਂ ਇਸ ਸੰਦੂਕ ਨੂੰ ਆਪਣੇ ਇਲਾਕੇ ਦੇ ਵਿੱਚ ਲੈ ਕੇ ਨਹੀਂ ਜਾਣਾ। ਮੇਰੀ ਗੱਲ ਸੁਣੋ, ਸਪੋਜ਼ ਕਰੋ ਅੱਜ ਦੇ ਜ਼ਮਾਨੇ ਦੇ ਵਿੱਚ 2022 ਦੇ ਵਿੱਚ ਪਰਮੇਸ਼ਰ ਦੇ ਵਾਚਾ ਦਾ ਸੰਦੂਕ ਇਸੇ ਨਗਰ ਤੋਂ ਜਾ ਰਿਹਾ ਹੈ। ਇਸੇ ਇਲਾਕੇ ਦੇ ਵਿੱਚ ਜਾਂਦੇ ਜਾਂਦੇ ਜੇਕਰ ਕੋਈ ਇਸ ਪ੍ਰਕਾਰ ਨਾਲ ਇੱਕ ਬਹੁਤ ਵੱਡਾ ਭੀੜ 30,000 ਲੋਕਾਂ ਦਾ ਜਲਸਾ ਇੱਧਰੋਂ ਦੀ ਲੰਘ ਰਿਹਾ ਹੋਵੇ ਔਰ ਉਸ ਵੇਲੇ बैल गड्डी ठोकर खा गया और किसी ने के हथ पाया कि संदूक किते डिग ना जाए, जे हथ पाए और बचाने की कोशिश करे, जिसने हथ पाया वो मर जाए तो नगर वालियां नूं की होएगा? डर होएगा। डर बोलो डर होएगा। जेड़े लोग 30,000 लोग सन नगर दे लोग सन, वो की करनगे? डरनगे। बोलो डरनगे। वो डर जाणगे। अभी नदाब दे घर दे विच भी ये 20 साल रहा, लेकिन किते भी ये नहीं लिखा अभी नदाब दे घर ने बरकत नूं पाया। लेकिन उस शिकायत विच एक बंदा कहता है ओबेद एदोम ने इस प्रकार नाल आवाज़ दी, ये वाचा दा संदूक जिसनूं कोई अपने घर दे विच लैके जाण नूं तैयार नहीं, कोई पनाह देण नूं तैयार नहीं, ये मेरे घर दे विच आण दिओ। वचन च लिखिया 3 महीने ओबेद एदोम ने इस वाचा दे संदूक नूं अपने घर दे विच रखिया और खुदा ने उसनूं उस दे कारण उसनूं उसके घराने नूं और सारे चीज़ां नूं आशीष दिता। पहली गल इस तो असीं की सिक्ख्या लैने आ? ओबेद एदोम ने अपने घर दे विच वाचा दे संदूक नूं रखिया। किधर रखिया? वाचा दे संदूक। सो एक परिवारिक बरकतां दी आशीष की है। नंबर 1 ओबेद एदोम ने सब तो पहला अपना दिल दा दरवाज़ा खोलिया, फिर घर दा दरवाज़ा भी खुदा दे लई खोलिया। हालेलुया। बहुत सारे लोग अपना दिल दा दरवाज़ा नहीं खोलते, घर दा दरवाज़ा खोलते ने। दिल दा दरवाज़ा नहीं खोलते, घर दा दरवाजा। पर केदा दरवाज़ा खोलते ने? घर दा दरवाजा। बहुत सारे लोग अपना दिल दा दरवाज़ा खोलते ने पर घर दा दरवाज़ा नहीं खोलते, उल्टा भी है। लेकिन वचन सानू सिखाता है ओबेद एदोम ने पहले अपना दिल दा दरवाज़ा खोलिया, फिर अपना घर दा दरवाज़ा भी खोलिया। अभी नदाब दे घर दे विच 20 साल रहा, कोई आशीष नहीं। ओबेद एदोम दे घर दे विच रहा, बड़ी बरकत होया। मैं ऐसा सोचदा क्यों उहदा फर्क की होया होएगा? उहदा रीजन ये सी ओबेद एदोम दे घर नूं उहदे परिवार नूं खुदा ने क्यों आशीष दिता और अभी नदाब दे जीवन दे विच उहदे परिवार दे विच क्यों ना होया? उहदा रीजन मैं ऐसा सोचदा हूं क्योंकि जब तुसीं अगे नूं पढ़दे हो वचन दे विच लिखिया ओबेद एदोम दा सारा परिवार 62 जाने 62 पर्सनस 62 जाने उहदे परिवार दे विच अगे सेवादार बने। वो सेवा करदे सन जिहड़े हैकल दे दरवाजे दे चौकीदार सन। इहदा मतलब मेरा ऐसा मानना है 3 महीने ही सही ओबेद एदोम ने अपने घर दे विच जदों लैके आया, ओबेद एदोम ने उहदा परिवार दा जीवन भी उस परमेश्वर की हजूरी दे नाल बदल गया। हालेलुया। समझ आ रहा है? ओबेद एदोम ने वाचा दे संदूक नूं अपने घर दे विच उतारिया और ओदे वसीले ओदा सारा परिवार दा जीवन भी की हो गया? बदल गया। बदल गया। वचन कहता है तू बच तेरा कराना भी बचाया जाएगा। तू बच तेरा कराना भी बचाया जाएगा। कई बार असी अभी नदाब नूं जदों सोचते हैं 20 साल क्यों नहीं उसने आशीष नूं पाया। अज भी बहुत सारे लोग इस जगह दे विच भी बैठे ने जिस प्रकार नाल सोचते होने मैं इन्ने सालों तो प्रभु दे विच आया, मैं क्यों नहीं बरकत नूं पाया, मैं इन्ने साल तो प्रभु दे विच चलदा आया, मेरे घर दे विच क्यों नहीं खुदा दी आशीष ठहरी। तो मैं तुहानूं कहां उहदा रीजन इस प्रकार नाल हो सकदा है। शायद तुसीं खुदा दी हजूरी नूं परमेश्वर दे अगे प्रार्थना वचन जरूर पढ़दे होणगे, लेकिन शायद खुदा दी हजूरी ने ना तुहानूं बदलिया, ना तुहाडे जीवन नूं बदलिया, ना तुहाडे परिवार दे जीवन नूं बदलिया। इंग्लिश दे विच कहावत है फेमिलियरिटी ब्रीड्स कंटेंट। एक चीज़ तो ज़्यादा वाकफ हो जाइए तो सानू बड़ी संतुष्टि हो जाती है। जिवें कि जिस चीज़ के बारे असीं ज़्यादा जानू हो जाइए असीं कहने मैनूं ओहदा भी पता, मैनूं इस चीज़ का भी पता है, मैनूं ओहदा भी पता, मैनूं इहदा भी पता है। हौली हौली असीं कह दिंदे आ मैं संतुष्ट हो गया। लेकिन मैं तुहानूं एक गल कहां, परमेश्वर दे कम्मां तो कदी भी संतुष्ट ना होना, खुदा दी आराधना तो कदी भी अकना नहीं, परमेश्वर की इबादत तो कदी थकना नहीं। हालेलुया। हालेलुया। क्योंकि खुदा अज भी ऐसे काम करता है
ਜੋ ਸਾਡੀ ਸੋਚ ਤੋਂ ਸਾਡੀ ਸਮਝ ਤੋਂ ਕहीं ਵੱਧ ਕੇ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਹੀ ਇਜ਼ ਦ ਗॉड who does wonders in our life and shows wonders as well। ਇਹ ਉਹ ਪਰਮੇਸ਼ਵਰ ਹੈ ਜਿਹੜਾ ਸਾਡੇ ਜੀਵਨ 'ਚ ਵੀ ਅਜੀਬ ਕੰਮ ਕਰਦਾ ਹੈ ਔਰ ਸਾਨੂੰ ਅਜੀਬ ਕੰਮ ਦਿਖਾਉਂਦਾ ਵੀ ਹੈ। ਸਾਨੂੰ ਅਜੀਬ ਕੰਮ, ਬੋਲੋ, ਸੋ ਤੇ ਨਹੀਂ ਰਹੇ, ਸੋ ਤੇ ਨਹੀਂ ਰਹੇ। ਨਹੀਂ। ਪਰਮੇਸ਼ਰ ਉਹ ਹੈ ਜਿਹੜਾ ਅੱਜ ਵੀ ਸਾਡੇ ਜੀਵਨ 'ਚ ਵੀ ਅਜੀਬ ਕੰਮ ਕਰਦਾ ਹੈ ਔਰ ਸਾਨੂੰ ਅਜੀਬ ਕੰਮ ਦਿਖਾਉਂਦਾ ਵੀ ਹੈ। ਹਾਲੇਲੂਇਆ, ਹਾਲੇਲੂਇਆ। ਫੈਮਿਲੀਅਰਿਟੀ ਬਰੀਡਸ ਕੰਟੈਂਪਟ। ਬਹੁਤ ਵਾਰੀ ਚੀਜ਼ਾਂ ਤੋਂ ਅਸੀਂ ਪਰਿਚਿਤ ਹੋ ਜਾਂਦੇ ਹਾਂ, ਬਹੁਤ ਵਾਰੀ ਆਰਾਧਨਾ ਦੇ ਗੀਤਾਂ ਤੋਂ ਅਸੀਂ ਪਰਿਚਿਤ ਹੋ ਜਾਂਦੇ ਹਾਂ, ਬਹੁਤ ਵਾਰੀ ਵਚਨ ਤੋਂ ਵੀ ਅਸੀਂ ਜਾਣੂ ਹੋ ਜਾਂਦੇ ਹਾਂ। ਅਸੀਂ ਕਹਿੰਦੇ ਮੈਨੂੰ ਇਹਦਾ ਵਚਨ ਦਾ ਵੀ ਪਤਾ, ਮੈਨੂੰ ਉਹਦਾ ਵੀ ਪਤਾ, ਮੈਨੂੰ ਇਹਦਾ ਵੀ ਪਤਾ। ਇਹ ਕੋਈ ਚੀਜ਼ ਤੁਹਾਨੂੰ ਖੁਦਾਈਅਤ ਵੱਲ ਲੈ ਕੇ ਨਹੀਂ ਜਾਏਗਾ। ਤੁਸੀਂ ਅੱਕ ਜਾਓਗੇ, ਥੱਕ ਜਾਓਗੇ। ਜਿਵੇਂ ਜਿਵੇਂ ਮਸੀਹ 'ਚ ਪੁਰਾਣੇ ਹੁੰਦੇ ਜਾਓਗੇ, ਹੌਲੀ ਹੌਲੀ ਤੁਸੀਂ ਖੁਦਾ ਤੋਂ ਪਿੱਛੇ ਹਟ ਜਾਓਗੇ। ਹੌਲੀ ਹੌਲੀ ਖੁਦਾ ਤੋਂ ਪਿੱਛੇ ਹੋ ਜਾਓ। ਬੋਲੋ, ਪਿੱਛੇ ਹੋ ਜਾਓ। ਜਿਸ ਚੀਜ਼ ਤੋਂ ਤੁਸੀਂ ਵਾਕਿਫ ਹੋ ਜਾਓਗੇ, ਤੁਸੀਂ ਹੌਲੀ 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 ਇੱਕ ਦਿਨ ਆਏਗਾ ਤੁਸੀਂ ਖੁਦਾ ਤੋਂ ਦੂਰ ਹੋ ਜਾਓਗੇ। ਸ਼ੈਤਾਨ ਤੁਹਾਨੂੰ ਕਾਬੂ ਕਰੇਗਾ। ਇਸ ਲਈ ਮੈਂ ਅਕਸਰ ਕਹਿਣਾ, ਜਦ ਵੀ ਖੁਦਾ ਦੀ ਆਰਾਧਨਾ ਕਰਨਾ ਜਾਂ ਖੁਦਾ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨਾ, ਇੱਕ ਦੁੱਧ ਪੀਂਦੇ ਬੱਚਿਆਂ ਦੇ ਵਾਂਗੂ ਲਾਲਸਾ ਰੱਖਣਾ। ਇਹੀ ਕਹਿਣਾ, ਪ੍ਰਭੂ ਜੀ ਮੈਂ ਤੈਨੂੰ ਹੁਣੇ ਵੀ ਨਹੀਂ ਜਾਣਿਆ, ਮੈਂ ਤੇਰੇ ਬਾਰੇ ਹੋਰ ਜਾਣਨਾ ਚਾਹਨਾ, ਮੈਂ ਤੇਰੇ ਬਾਰੇ ਹੋਰ ਜਾਣਨਾ ਮੈਂ ਚਾਹੁੰਦਾ। ਤੇਰੇ ਬਾਰੇ ਹੋਰ ਜਾਣਨਾ ਚਾਹਨਾ। ਨੇਪਾਲ ਦੇ ਵਿੱਚ ਹਿਮਾਲਿਆਸ ਦੇ ਵਿੱਚ ਇੱਕ ਪਹਾੜ ਹੈ, ਉਸਦਾ ਨਾਮ ਹੈ ਮਾਊਂਟ ਐਵਰੈਸਟ। ਮਾਊਂਟ ਐਵਰੈਸਟ ਸਭ ਤੋਂ ਉੱਚਾ ਪਹਾੜ ਹੈ ਦੁਨੀਆ ਦਾ, ਸਭ ਤੋਂ ਉੱਚਾ ਪਹਾੜ। ਲਗਭਗ ਜੇ ਮੇਰਾ ਆਈਡੀਆ ਸਹੀ ਹੋਵੇ 8.5 ਕਿਲੋਮੀਟਰ ਜਾਂ ਉਸ ਤੋਂ ਥੋੜਾ ਜਿਹਾ ਉੱਚਾ ਉਸਦੀ ਉਚਾਈ ਹੈ। ਸੋ ਇੱਕ ਸ਼ੇਰਪਾ ਸੀ। ਸ਼ੇਰਪਾ ਦਾ ਮਤਲਬ ਉਸ ਜਗ੍ਹਾ ਦੇ ਵਿੱਚ ਰਹਿਣ ਵਾਲੇ ਲੋਕ, ਬੜੇ ਬਲਵਾਨ ਲੋਕ, ਉਹਨਾਂ ਨੂੰ ਸ਼ੇਰਪਾ ਕਹਿੰਦੇ ਨੇ। ਸੋ ਇੱਕ ਸ਼ੇਰਪਾ ਸੀ। ਉਹ ਸ਼ੇਰਪਾ ਦਾ ਕੰਮ ਇਹ ਸੀ, ਉਹ ਲੋਕਾਂ ਨੂੰ ਜਿਹੜੇ ਟੂਰਿਸਟ ਆਉਂਦੇ ਸਨ ਉਹਨਾਂ ਨੂੰ ਆਪਣੇ ਪਿੱਠ ਤੇ ਬਿਠਾਣਾ ਔਰ ਪਹਾੜ ਦੇ ਉਚਾਈ ਚੋਟੀ ਤੱਕ ਲੈ ਕੇ ਜਾਣਾ, ਇਹ ਉਸ ਦਾ ਕੰਮ ਸੀ। ਸੋ ਇੱਕ ਦਿਨ ਟੀਵੀ ਦੇ ਰਿਪੋਰਟਰਸ ਆਏ। ਟੀਵੀ ਦੇ ਰਿਪੋਰਟਰਸ ਨੇ ਆ ਕੇ ਸ਼ੇਰਪਾ ਨੂੰ ਪੁੱਛਿਆ, ਸ਼ੇਰਪਾ ਜੀ ਇੱਕ ਗੱਲ ਦੱਸੋ, ਕੀ ਤੁਸੀਂ ਅੱਕਦੇ ਨਹੀਂ? ਕੀ ਤੁਸੀਂ ਅੱਕਦੇ ਨਹੀਂ? ਤੁਸੀਂ ਲੋਕਾਂ ਨੂੰ ਆਪਣੇ ਪਿੱਠ ਤੇ ਬਿਠਾਉਂਦੇ ਹੋ ਔਰ ਉਹਨਾਂ ਨੂੰ ਇੰਨਾ ਉੱਚਾ ਲੈ ਕੇ ਜਾਂਦੇ ਹੋ। ਤੁਸੀਂ ਉਸੇ ਜਗ੍ਹਾ ਦੇ ਵਿੱਚ, ਇੱਕੋ ਥਾਂ ਦੇ ਵਿੱਚ ਬਾਰ-ਬਾਰ ਜਾ ਕੇ ਤੁਹਾਡਾ ਮਨ ਅੱਕ ਨਹੀਂ ਜਾਂਦਾ, ਤੁਸੀਂ ਥੱਕ ਨਹੀਂ ਜਾਂਦੇ? ਸੋ ਉਸਨੇ ਕਿਹਾ। ਸੋ ਸ਼ੇਰਪਾ ਨੇ ਜਵਾਬ ਦਿੱਤਾ। ਸ਼ੇਰਪਾ ਕਹਿੰਦਾ, ਅਸੀਂ ਉਹਨੇ ਜ਼ਮੀਨ ਤੇ ਹਾਂ, ਅਸੀਂ ਉਹਨੇ ਜ਼ਮੀਨ ਤੇ ਹਾਂ। ਜਿਹਨੇ ਪਹਾੜ ਦਾ ਉਚਾਈ ਦਾ ਨਜ਼ਾਰਾ ਦੇਖਿਆ ਹੋਵੇ, ਉਹਦਾ ਦਿਲ ਨਹੀਂ ਕਰਦਾ ਕਿ ਮੈਂ ਇਸ ਨਜ਼ਾਰੇ ਤੋਂ ਅੱਕ ਜਾਵਾਂ। ਜਿਸ ਨੇ ਚੋਟੀ ਦਾ ਉਸ ਉਚਾਈ ਦੇ ਨਜ਼ਾਰੇ ਨੂੰ ਦੇਖਿਆ ਹੋਵੇ, ਉਹ ਪਹਾੜਾਂ ਦੀ ਚੋਟੀ ਨੂੰ ਦੇਖ ਕੇ, ਪਰਮੇਸ਼ਰ ਦੀ ਕੁਦਰਤ ਨੂੰ ਦੇਖ ਕੇ ਉਹ ਕਦੇ ਵੀ ਅੱਕਦਾ ਨਹੀਂ। ਉਹਦਾ ਜਦੋਂ ਨੀਚੇ ਆਏਗਾ ਉਹਦਾ ਦਿਲ ਕਰੇਗਾ ਮੈਂ ਫਿਰ ਉੱਪਰ ਨੂੰ ਜਾਵਾਂ। ਹਾਲੇਲੂਇਆ। ਜਦੋਂ ਨੀਚੇ ਆਏਗਾ ਉਹਦਾ ਦਿਲ ਕਰੇਗਾ ਇਹ ਪੋਲੂਸ਼ਨ ਵਾਲੀ ਜਗ੍ਹਾ ਤੋਂ ਮੈਂ ਬਾਹਰ ਨਿਕਲਾਂ, ਮੈਂ ਫਿਰ ਪਹਾੜ ਦੇ ਉੱਪਰ ਨੂੰ ਜਾਵਾਂ। ਹਾਲੇਲੂਇਆ। ਮੇਰੇ ਪਿਆਰੇ ਅਜ਼ੀਜ਼ੋ, ਬਹੁਤ ਸਾਰੇ ਲੋਕ ਮੈਂ ਐਸੇ ਮਸੀਹਾਂ ਨੂੰ ਦੇਖਿਆ ਜਦੋਂ ਨਵੇਂ ਖੁਦਾ ਦੇ ਵਿੱਚ ਚੱਲੇ, ਬੜਾ ਅੱਛਾ ਪ੍ਰਭੂ ਦੇ ਵਿੱਚ ਚੱਲੇ। ਜਿਵੇਂ ਜਿਵੇਂ ਹੌਲੀ ਹੌਲੀ ਸਾਲ ਵੱਧਦੇ ਗਏ, ਬੱਚੇ ਹੋ ਗਏ, ਪੋਤਰੇ ਪੋਤਰੀਆਂ ਹੋ ਗਏ, ਦੋਤੇ ਦੋਤੀਆਂ ਹੋ ਗਏ। ਥੋੜੀ ਦੇਰ ਬਾਅਦ ਮਨ ਅਕਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਪਛਾਣ ਚੱਲਦੇ ਰਹੇ। ਅੰਤ ਅੱਛਾ ਨਹੀਂ ਹੋਇਆ। ਮੇਰੇ ਪਿਆਰੇ ਅਜ਼ੀਜ਼ੋ, ਅਬੀ ਨਦਾਬ ਕੋਈ ਬਰਕਤ ਵਾਲਾ ਨਹੀਂ ਬਣਾ, ਲੇਕਿਨ ਉਬੇਦ एदोम ਦੇ ਬਾਰੇ ਲਿਖਿਆ, ਉਹ ਵਕਿਆ ਨਹੀਂ। ਉਹਨੇ 3 ਮਹੀਨੇ ਪਰਮੇਸ਼ਰ ਦੀ ਹਜ਼ੂਰੀ ਦੇ ਲਈ ਆਪਣੇ ਘਰ ਦੇ ਦਰਵਾਜ਼ੇ ਨੂੰ ਖੋਲਿਆ। ਕਿਵੇਂ ਪਰਮੇਸ਼ਰ ਨੇ ਉਹਦੇ ਪਰਿਵਾਰ ਨੂੰ ਬਦਲਿਆ ਹੋਏਗਾ। ਫॉर एग्जांपल ਮੈਂ ਤੁਹਾਨੂੰ ਦੱਸਦਾ, ਅਬੀ ਨਦਾਬ ਦੇ ਬਾਰੇ ਇਤਿਹਾਸ ਦੱਸਦਾ ਹੈ, ਹੀ ਵਾਸ ਫਰਮ ਵੈਰੀ ਪੂਅਰ ਫੈਮਿਲੀ। ਇਤਿਹਾਸ ਇਸ ਪ੍ਰਕਾਰ ਨਾਲ ਦੱਸਦਾ ਹੈ, ਉਬੇਦ एदोम ਇੱਕ ਬੜੇ ਗਰੀਬ ਘਰ ਤੋਂ ਸੀ। ਕਿਧਰੋਂ ਸੀ? ਗਰੀਬ ਘਰ ਤੋਂ। ਇੱਕ ਗਰੀਬ ਘਰ ਤੋਂ ਸੀ, ਇੱਕ ਅਮੀਰ ਘਰ ਤੋਂ ਨਹੀਂ ਸੀ। ਲੇਕਿਨ ਇੱਕ ਗਰੀਬ ਘਰ ਦੇ ਹੁੰਦੇ ਹੋਏ ਉਬੇਦ एदोम ਨੇ ਇਹ ਨਹੀਂ ਸੋਚਿਆ ਮੇਰੇ ਘਰ ਦੇ ਵਿੱਚ ਥੋੜੇ ਕਮਰੇ ਨੇ ਜਾਂ ਮੇਰੇ ਘਰ ਦੇ ਵਿੱਚ ਘੱਟ ਜਗ੍ਹਾ ਹੈ, ਮੈਂ ਕਿਵੇਂ ਇਸ ਸੰਦੂਕ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਵਾਂ। ਜੇਕਰ ਮੈਂ ਸੰਦੂਕ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਵਾਂਗਾ ਤਾਂ ਅਸੀਂ ਕਿੱਧਰ ਸੋਵਾਂਗੇ? ਜੇ ਸੰਦੂਕ ਮੇਰੇ ਘਰ ਦੇ ਅੰਦਰ ਆਏਗਾ ਅਸੀਂ ਕਿੱਧਰ ਬੈਠਾਂਗੇ? ਜੇ ਸੰਦੂਕ ਸਾਡੇ ਘਰ ਦੇ ਵਿੱਚ ਆਇਆ ਅਸੀਂ ਕਿਸ ਤਰ੍ਹਾਂ ਜੀਵਾਂਗੇ? ਉਸਨੇ ਕੁਝ ਵੀ ਨਹੀਂ ਸੋਚਿਆ। ਉਸਨੇ ਕਿਹਾ ਵਾਚਾ ਦਾ ਸੰਦੂਕ ਮੇਰੇ ਘਰ ਦੇ ਵਿੱਚ ਆਣ ਦਿਓ। ਹਾਲੇਲੂਇਆ। ਉਸਨੇ ਆਪਣੀ ਜਗ੍ਹਾ ਨਹੀਂ ਦੇਖੀ, ਉਸਨੇ ਆਪਣਾ ਕੋਈ ਵੀ ਹਾਲਾਤ ਨੂੰ ਨਹੀਂ ਦੇਖਿਆ, ਲੇਕਿਨ ਉਸ ਦਾ ਇੱਕ ਫੈਸਲਾ ਸਾਰੇ ਘਰ ਨੂੰ ਬਦਲਣ ਜਾ ਰਿਹਾ ਸੀ। I term him as he was a great visionary
ਮੈਂ ਇਸ ਪ੍ਰਕਾਰ ਨਾਲ ਸੋਚਦਾ ਹਾਂ ਉਹ ਇੱਕ ਬਹੁਤ ਵੱਡਾ ਦਰਸ਼ਨ ਦੇਖਣ ਵਾਲਾ ਸੀ। ਉਹਦੇ ਬਾਰੇ ਅੱਗੇ ਉਸਦੇ ਬਾਰੇ ਪਿੱਛੇ ਕੁਝ ਵੀ ਨਹੀਂ ਲਿਖਿਆ ओबेद एदोम कैसा ਸੀ, ਲੇਕਿਨ ਮੇਰਾ ਐਸਾ ਵਿਸ਼ਵਾਸ ਹੈ ओबेद एदोम ਨੇ ਆਪਣੇ ਘਰ ਦੇ ਵਿੱਚ ਸੰਦੂਕ ਨੂੰ ਲੈ ਕੇ ਆਣਾ। ਸ਼ਾਇਦ ਉਹ ਸੋਚਦਾ ਹੋਣਾ ਮੇਰੇ ਬੱਚਿਆਂ ਦਾ ਪਤਾ ਨਹੀਂ ਵਿਗੜੇ ਨਾ ਹੋਣ, ਮੇਰੇ ਬੱਚੇ ਦਾ ਪਤਾ ਨਹੀਂ ਇੱਧਰ ਉੱਧਰ ਨਾ ਘੁੰਮਦੇ ਫਿਰਦੇ ਹੋਣ, ਇਹ ਵਾਚਾ ਦਾ ਸੰਦੂਕ ਮੇਰੇ ਘਰ 'ਚ ਆ ਲੈਂਦੇ ਹੋ, ਕੋਈ ਨਾ ਕੋਈ ਅਸਰ ਜ਼ਰੂਰ ਮੇਰੇ ਪਰਿਵਾਰ ਦੇ ਉੱਤੇ ਵੀ ਪਵੇਗਾ। ਹਾਲੇਲੂਇਆ, ਕੋਈ ਨਾ ਕੋਈ ਅਸਰ ਜ਼ਰੂਰ ਮੇਰੇ ਪਰਿਵਾਰ ਦੇ ਉੱਤੇ ਪਵੇਗਾ। ਹੁਣ ਸੁਣੋ, ਜੇ ਸਮਝ ਲਓ 2 ਕਮਰਿਆਂ ਵਾਲਾ ਇੱਕ ਘਰ ਹੈ, 2 ਕਮਰਿਆਂ ਵਾਲਾ ਇੱਕ ਘਰ ਹੋਵੇ, ਜੇਕਰ ਵਾਚੇ ਦੇ ਸੰਦੂਕ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਣਾ ਹੈ, ਬੜਾ ਰਿਸਕ ਹੈ। ਬਹੁਤ ਕੀ ਹੈ? ਰਿਸਕ। ਇੱਕ ਬਹੁਤ ਵੱਡਾ ਰਿਸਕ ਹੈ। ਰਿਸਕ ਕੀ ਹੈ? ਰਿਸਕ ਨੰਬਰ 1, ਲੋਕ ਕੀ ਕਹਿਣਗੇ? ਲੋਕ ਕੀ ਕਹਿਣਗੇ? ਲੋਕ ਕੀ ਕਹਿਣਗੇ? ਆਂਢ ਗੁਆਂਢ ਦੇ ਲੋਕ ਆ ਕੇ ਕਹਿਣਗੇ ਕਿਹੜੀ ਚੀਜ਼ ਨੂੰ ਲੈ ਆਏ ਆਪਣੇ ਘਰ? ਬਾਹਰ ਵੇਖਿਆ ਨਹੀਂ ਬੰਦੇ ਮਰ ਗਏ, ਬਾਹਰ ਦੇਖਿਆ ਨਹੀਂ ਇਸ ਤਰ੍ਹਾਂ ਹਾਲਾਤ ਹੋ ਗਏ, ਤੂੰ ਇਸ ਖਤਰਨਾਕ ਚੀਜ਼ ਨੂੰ ਆਪਣੇ ਘਰ 'ਚ ਲੈ ਕੇ ਆਇਆ। ਉਸਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਉਸਨੇ ਕਿਹਾ ਜੇਕਰ ਗਲਤ ਰੀਤੀ ਦੇ ਨਾਲ ਉਹਨਾਂ ਨੇ ਐਸਾ ਕੀਤਾ, ਇਹਦਾ ਗਲਤ ਅਸਰ ਉਲਟਾ ਪਿਆ, ਲੇਕਿਨ ਮੈਂ ਸਹੀ ਤਰੀਕੇ ਦੇ ਨਾਲ ਪਰਮੇਸ਼ਰ ਦੀ ਆਰਾਧਨਾ ਕਰਾਂਗਾ, ਪਰਮੇਸ਼ਰ ਦਾ ਸਹੀ ਅਸਰ ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਤੇ ਵੀ ਹੋਏਗਾ। ਹਾਲੇਲੂਇਆ। ਵੇਵ ਦੇ ਨਾਲ ਜਾਣਾ ਬੜਾ ਆਸਾਨ ਹੈ, ਸਬਨਾ ਦੇ ਨਾਲ ਜਾਣਾ ਬੜਾ ਆਸਾਨ ਹੈ। ਜਿੱਧਰੋਂ ਦੀ ਹਵਾ ਤੁਰਦੀ ਪਈ ਹੈ ਉਸ ਲਹਿਰ ਦੇ ਵਿੱਚ ਤੁਰਨਾ ਬੜਾ ਆਸਾਨ ਹੈ, ਲੇਕਿਨ ਉਸ ਲਹਿਰ ਦੇ ਉਲਟ ਜੋ ਸਹੀ ਹੈ ਉਹਦਾ ਪੱਖ ਲੈਣਾ ਬੜਾ ਔਖਾ ਕੰਮ ਹੈ। ਸੁਣ ਰਹੇ ਹੋ? ਇੱਕ ਹਨੇਰੀ ਆਈ, ਇੱਕ ਹਵਾ ਆਇਆ, ਗਲਤ ਹਵਾ ਤੁਰ ਪਈ, ਉਸ ਹਵਾ ਦੇ ਨਾਲ ਤੁਰਨਾ ਬੜਾ ਆਸਾਨ ਹੈ ਕਿਉਂਕਿ ਸਾਰੇ ਜਾ ਰਹੇ, ਅਸੀਂ ਵੀ 30,000 ਲੋਕ ਦਾਊਦ ਦੇ ਨਾਲ ਜਾ ਰਹੇ ਨੇ। ਕਿਸੇ ਦੇ ਵੀ ਇੱਕ ਦੇ ਵੀ ਜ਼ਰੂਰਤ ਨਹੀਂ ਕਿ ਉਸ ਨੂੰ ਕਹਿ ਸਕੇ ਦਾਊਦ ਇਹ ਕੰਮ ਸਹੀ ਨਹੀਂ, ਇਹ ਸੰਦੂਕ ਨੂੰ ਗੱਡੀ ਉੱਤੇ ਨਾ ਲੈ ਕੇ ਜਾ, ਇਹ ਕੰਮ ਸਾਡਾ ਨਹੀਂ, ਇਹ ਕੰਮ ਲੇਵੀਆਂ ਦਾ ਹੈ, ਜੋ ਖੁਦਾ ਦੇ ਦਾਸਾਂ ਦਾ ਕੰਮ ਹੈ, ਉਹਨਾਂ ਦੇ ਮੋਢਿਆਂ ਤੇ ਜਾਣ ਦਿਓ, ਇਹ ਸਾਡਾ ਕੰਮ ਨਹੀਂ, ਇਸ ਨੂੰ ਛੱਡ ਦਿਓ। ਲੇਕਿਨ ਕਹਿ ਰਿਹਾ ਉਹ ਦਾਊਦ ਤੁਰ ਪਿਆ, ਅਸੀਂ ਵੀ ਤੁਰ ਪੈਂਦੇ ਹਾਂ। 30,000 ਲੋਕ ਇਰਦ ਗਿਰਦ ਜਾਣ ਵਾਲੇ ਨੱਚ ਰਹੇ, ਟੱਪ ਰਹੇ, ਗੀਤ ਗਾ ਰਹੇ, ਆਰਾਧਨਾ ਕਰ ਰਹੇ, ਲੇਕਿਨ ਜਦ ਸਜ਼ਾ ਪਈ ਹੋਸ਼ ਠਿਕਾਣੇ ਆ ਗਿਆ। ਸਜ਼ਾ ਪਈ ਹੋਸ਼ ਠਿਕਾਣੇ ਆਇਆ। ओहो कुछ गलत हो गया। ਕੀ ਹੋ ਗਿਆ? गलत हो गया। कुछ गलत हो गया। लेकिन ओबेद एदोम ऐसा नहीं, उसने कहा गलती दी सजा बाहर मिली ते सही दा इनाम भी मेरे घर दे अंदर मिलेगा। हालेलुया। जे सारे लोग ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਮੁਹੱਲੇ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਪੁੱਠੇ ਤੁਰਦੇ ਹੋਣ ਤੇ ਵੀ ਪੁੱਠਿਆਂ ਦੇ ਨਾਲ ਪੁੱਠਾ ਨਹੀਂ ਹੋਣਾ। ਤੁਸੀਂ ਕਹਿਣਾ ਔਰ ਸੋਚਣਾ ਕਿੱਥੇ ਸਹੀ ਆਰਾਧਨਾ ਹੋ ਰਿਹਾ, ਕਿੱਥੇ ਖੁਦਾ ਦੀ ਮਹਿਮਾ ਹੋ ਰਿਹਾ, ਮੈਂ ਉਸੇ ਜਗ੍ਹਾ ਦੇ ਵਿੱਚ ਆਪਣੇ ਸਿਰ ਨੂੰ ਝੁਕਾਵਾਂਗਾ, ਉਹਦੀ ਆਸ਼ੀਸ਼ ਮੇਰੇ ਉੱਤੇ ਜ਼ਰੂਰ ਆਏਗੀ। ਹਾਲੇਲੂਇਆ, 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 ਹਾਲੇਲੂਇਆ। ओबेद एदोम ने अपने घर ਦਾ ਦਰਵਾਜ਼ਾ ਪ੍ਰਭੂ ਦੇ ਲਈ ਖੋਲਿਆ। ਅਗਲੀ ਗੱਲ, ओबेद एदोम ਦਾ ਕਹਿਣਾ ਉਹਦੇ ਪਰਿਵਾਰ ਨੇ ਵੀ ਮੰਨਿਆ। ओबेद एदोम ਦਾ ਕਹਿਣਾ ਉਹਦੇ ਪਰਿਵਾਰ ਨੇ ਮੰਨਿਆ। ਉਹਦੇ ਪਰਿਵਾਰ ਸਾਰੇ ਨੇ ਮੇਰੇ ਪਿੱਛੇ ਬੋਲੋ, ओबेद एदोम ਦਾ ਕਹਿਣਾ एदोम ਦਾ ਕਹਿਣਾ ਉਹਦੇ ਪਰਿਵਾਰ ਨੇ ਵੀ ਮੰਨਿਆ। ਉਹਦੇ ਪਰਿਵਾਰ ਨੇ ਵੀ ਮੰਨਿਆ। ओबेद एदोम ਫੈਸਲਾ ਲੈਣ ਵਾਲਾ ਸੀ, ਇੱਕ ਬਹੁਤ ਵੱਡਾ ਜ਼ਿੰਦਗੀ ਦਾ ਫੈਸਲਾ ਕਿ ਮੈਂ ਜਾਵਾਂ ਜਾਂ ਲੈ ਕੇ ਆਵਾਂ ਜਾਂ ਨਾ ਲੈ ਕੇ ਆਵਾਂ। ਲੇਕਿਨ ਉਸਨੇ ਕਿਹਾ ਇਹ ਫੈਸਲਾ ਸਹੀ ਹੈ, ਇਹ ਫੈਸਲਾ ਸਹੀ ਹੈ। ਜਦ ਉਸ ਨੂੰ ਲੈ ਕੇ ਆਇਆ, ਵਚਨ ਦੇ ਕਿਤੇ ਵੀ ਨਹੀਂ ਲਿਖਿਆ ਉਹਦੇ ਪਰਿਵਾਰ ਨੇ ਉਸ ਦੇ ਉਲਟ ਹੋਏ ਜਾਂ ਉਸ ਨੂੰ ਉਹਦੇ ਬਰਖਲਾਫ ਹੋਏ, ਕਿਤੇ ਵੀ ਇਹ ਵਚਨ ਨਹੀਂ ਲਿਖਿਆ। ओबेद एदोम ਘਰ ਦਾ ਮੁਖੀਆ, ओबेद एदोम ਪੁਰਸ਼ ਹੁੰਦੇ ਹੋਏ ਉਸਨੇ ਘਰ ਦਾ ਫੈਸਲਾ ਲਿਆ ਕਿ ਮੈਂ ਆਪਣੇ ਘਰ ਦੇ ਵਿੱਚ ਖੁਦਾ ਦੀ ਹਜ਼ੂਰੀ ਨੂੰ ਉਤਾਰਾਂਗਾ। ਹਾਲੇਲੂਇਆ, ਹਾਲੇਲੂਇਆ। ਮੇਰੇ ਪਿਆਰੇ ਅਜ਼ੀਜ਼ੋ, देयर इज अ सिस्टम इन दिस वर्ल्ड। ਇਸ ਦੁਨੀਆ ਦੇ ਵਿੱਚ ਇੱਕ ਸਿਸਟਮ ਹੈ, ਘਰ ਚਲਾਉਣ ਦਾ ਇੱਕ ਤਰੀਕਾ ਹੈ, ਲੇਕਿਨ ਵਚਨ ਸਾਨੂੰ ਸਿਖਾਉਂਦਾ ਹੈ ਜੇ ਪਤਨੀ ਚਾਹੁੰਦੀ ਤਾਂ ਪਤੀ ਦਾ ਵਿਰੋਧ ਕਰ ਸਕਦੀ ਸੀ, ਜੇ ਬੱਚੇ ਚਾਹੁੰਦੇ ਆਪਣੇ ਪਿਤਾ ਦਾ ਵਿਰੋਧ ਕਰ ਸਕਦੇ ਸੀ। ਬੋਲੋ, ਕਰ ਸਕਦੇ ਸੀ। ਡਰ ਉਹਨਾਂ ਦੇ ਦਿਲ ਦੇ ਅੰਦਰ ਵੀ ਹੋ ਸਕਦਾ ਹੈ, ਹੋਏਗਾ, ਕਿਉਂ ਨਹੀਂ ਹੋਏਗਾ। ਜੇ ਉਹ ਚਾਹੁੰਦੇ ਤਾਂ ਵਿਰੋਧ ਕਰ ਸਕਦੇ ਸਨ, ਜੇ ਉਹ ਚਾਹੁੰਦੇ ਤਾਂ ਬਾਪ ਬੇਟਾ ਵੀ ਆਪਣੇ ਪਿਤਾ ਦੇ ਉਲਟ ਹੋ ਸਕਦੇ ਸਨ, ਕਿਉਂਕਿ ਵਚਨ 'ਚ ਲਿਖਿਆ ओबेद एदोम ਦੇ 8 ਪੁੱਤਰ ਔਰ ਗਾੜੀ ਉਹਨਾਂ ਦੇ ਦੋਤਰੇ, ਮਤਲਬ ਕਿੰਨੇ ਜਾਣੇ ਇੱਕ ਘਰ 'ਚ ਰਹਿ ਰਹੇ ਨੇ, ਛੋਟਾ ਪਰਿਵਾਰ ਥੋੜ੍ਹਾ ਹੈ, ਕਿੰਨੇ ਜਾਣੇ ਨੇ, ਬਹੁਤ ਸਾਰੇ ਲੋਕ ਉਸ ਘਰ ਦੇ ਅੰਦਰ ਨੇ, ਲੇਕਿਨ ਇੱਕ ਜਾਣੇ ਦਾ ਫੈਸਲਾ
ਪੂਰੇ ਘਰ ਨੂੰ ਬਦਲਣ ਜਾ ਰਿਹਾ ਸੀ। ਇੱਕ ਜਾਣੇ ਦਾ ਫੈਸਲਾ, ਪੂਰੇ ਘਰ ਨੂੰ ਬਦਲਣ ਜਾ ਰਿਹਾ। ਸਾਰੇ ਮੇਰੇ ਪਿੱਛੇ ਬੋਲਾਂ, ਮੇਰਾ ਫੈਸਲਾ ਮੇਰਾ ਫੈਸਲਾ ਮੈਨੂੰ ਬਦਲੇਗਾ, ਮੈਨੂੰ ਬਦਲੇਗਾ, ਮੇਰੇ ਪਰਿਵਾਰ ਨੂੰ ਬਦਲੇਗਾ। ਮੇਰੇ ਪਰਿਵਾਰ ਨੂੰ ਬਦਲੇਗਾ। ਤੁਹਾਡਾ ਇੱਕ ਫੈਸਲਾ ਤੁਹਾਨੂੰ ਵੀ ਬਦਲ ਸਕਦਾ ਹੈ, ਤੁਹਾਡੇ ਪਰਿਵਾਰ ਨੂੰ ਵੀ ਕੀ ਕਰ ਸਕਦਾ ਹੈ? ਬਦਲ ਸਕਦਾ ਹੈ। ਦੇਖੋ ਓਬੇਦ 에돔 ਇੱਕ ਪੁਰਸ਼ ਹੁੰਦੇ ਹੋਏ ਘਰ ਦਾ ਮੁੱਖ ਫੈਸਲਾ ਉਸਨੇ ਲਿਆ। ਮੁੱਖ ਫੈਸਲਾ ਕਿਸਨੇ ਲਿਆ? ਓਬੇਦ एदोम ने लिया। मैं पिछले कुछ दिन पहले कुछ महीने पहले प्रेम नगर ਟੁਪਈ ਦੇ ਲਾਗੇ ਇੱਕ ਪਰਿਵਾਰ ਦੇ ਵਿੱਚ ਪ੍ਰਾਰਥਨਾ ਕਰਨ ਦੇ ਲਈ ਗਿਆ। ਜਦ ਮੈਂ ਪ੍ਰਾਰਥਨਾ ਕਰਨ ਦੇ ਲਈ ਗਿਆ, ਵਾਪਸੀ 'ਚ ਜਦੋਂ ਮੈਂ ਆ ਰਿਹਾ, ਮੇਰੀ ਕਾਰ ਬਾਹਰ ਲੱਗੀ ਹੈ। ਸੋ ਕਾਰ ਦੇ ਟੋਲ ਲਗਾ ਕੇ ਇੱਕ ਬੰਦਾ ਖੜਾ ਹੈ। ਸੋ ਉਸਨੇ ਦੇਖ ਕੇ ਮੈਨੂੰ ਕਿਹਾ, ਤੁਸੀਂ ਪਾਸਟਰ ਹੋ? ਮੈਂ ਕਿਹਾ ਜੀ ਹਾਂ ਮੈਂ ਪਾਸਟਰ ਹਾਂ। ਸੋ ਉਸਨੇ ਕਿਹਾ ਕਿ ਮੇਰੇ ਘਰ ਆਓ, ਮੇਰੇ ਘਰ 'ਚ ਚਰਨ ਪਾਓ। ਮੈਂ ਕਿਹਾ ਠੀਕ ਹੈ ਜੀ, ਚਲੋ ਜੀ। ਲਾਗੇ ਘਰ ਸੀ। ਮੈਂ ਜਦੋਂ ਉਹਨਾਂ ਦੇ ਘਰ 'ਚ ਗਿਆ, ਉਹਨਾਂ ਦੀ ਮਿਸਿਸ ਨੇ ਆਪਣਾ ਘਰ ਦਾ ਬੂਹਾ ਖੋਲ੍ਹਿਆ। ਜਦੋਂ ਦਰਵਾਜ਼ਾ ਖੋਲ੍ਹਿਆ, ਉਸਨੇ ਮੈਨੂੰ ਦੇਖ ਕੇ ਆਪਣੇ ਸਿਰ ਦੇ ਉੱਤੇ ਚੁੰਨੀ ਲਈ ਔਰ ਉਸਨੇ ਕਿਹਾ, ਪਾਸਟਰ ਜੀ ਜੈ ਮਸੀਹ। ਮੈਂ ਕਿਹਾ ਜੈ ਮਸੀਹ। ਮੈਂ ਕਿਹਾ ਤੁਸੀਂ ਮੈਨੂੰ ਪਛਾਣਿਆ? ਕਹਿੰਦੇ ਪਾਸਟਰ ਜੀ ਤੁਸੀਂ ਸਾਨੂੰ ਨਹੀਂ ਪਛਾਣਿਆ, ਪਰ ਅਸੀਂ ਤੁਹਾਨੂੰ ਜਾਣਦੇ ਹਾਂ। ਮੈਂ ਕਿਹਾ ਅੱਛਾ ਕੌਣ ਹੋ? ਉਸਨੇ ਕਿਹਾ ਕਿ ਮੈਂ ਹਾਂ ਇਸ ਤਰ੍ਹਾਂ ਪਹਿਲੇ ਬਚਪਨ 'ਚ ਤੁਹਾਡੇ ਚਰਚ ਆਉਂਦੇ ਸੀ, ਫਿਰ ਸਾਡੀ ਸ਼ਾਦੀ ਹੋ ਗਈ ਔਰ ਅਸੀਂ ਅਲੱਗ ਸੇਵਾ ਦੂਰ ਸੇਵਾ ਕਰ ਰਹੇ ਫਤਿਹਗੜ੍ਹ ਚੂੜੀਆਂ 'ਚ ਵਕਤਾਵਾਂ 'ਚ। ਗੱਲ ਮੈਂ ਤੁਹਾਨੂੰ ਸ਼ਾਰਟ 'ਚ ਦੱਸਦਾ। ਉਹ ਸੇਵਕ ਵੀ ਸਾਹਮਣੇ ਬੈਠ ਗਿਆ, ਉਹਦੀ ਪਤਨੀ ਵੀ ਬੈਠ ਗਈ। ਬੰਦਾ ਕੋਈ ਗੱਲ ਕਰਨ ਦੀ ਸ਼ੁਰੂਆਤ ਕਰਨਾ ਚਾਹੁੰਦਾ ਸੀ। 2 ਮਿੰਟ ਨਹੀਂ ਬੀਤਣੇ ਨਾਲੇ ਕਹਿਣਾ 1 ਮਿੰਟ ਠਹਿਰੋ ਮੈਂ ਤੁਹਾਨੂੰ ਦੱਸਦੀ ਹਾਂ। ਅਗਲੀ ਗੱਲ ਕਰਨੀ 1 ਮਿੰਟ ਠਹਿਰੋ ਮੈਂ ਤੁਹਾਨੂੰ ਦੱਸਦੀ ਹਾਂ। ਤੀਸਰੀ ਗੱਲ ਉਹ ਬੰਦਾ ਬੋਲਣ ਦੀ ਕੋਸ਼ਿਸ਼ ਕਰੇ, ਔਰਤ ਬੋਲੇ 1 ਮਿੰਟ ਠਹਿਰੋ ਮੈਂ ਤੁਹਾਨੂੰ ਗੱਲ ਦੱਸਦੀ ਹਾਂ। ਉਹ ਬੰਦਾ ਚੁੱਪ ਹੀ ਹੋ ਗਿਆ। ਮੈਂ ਸੋਚਿਆ ਬੜਾ ਬੁਰਾ ਹਾਲ ਹੈ ਇਸ ਘਰ 'ਚ, ਬਹੁਤ ਬੁਰਾ ਹਾਲ ਹੈ। ਔਰਤ ਬੰਦੇ ਨੂੰ ਗੱਲ ਹੀ ਨਹੀਂ ਕਰਨ ਦਿੰਦੀ। ਕੋ 1 ਮਿੰਟ ਨਹੀਂ ਬੋਲਣ ਦਿੱਤਾ ਉਸਨੇ, 1 ਮਿੰਟ ਬੋਲਣ ਨਹੀਂ ਦਿੱਤਾ। ਮੈਂ ਸੋਚਿਆ ਇਹ ਕੀ ਹਾਲ ਹੋਏਗਾ ਘਰ ਦਾ, ਕਲੀਸਿਆ ਦਾ, ਪਰਿਵਾਰਾਂ ਦਾ ਕੀ ਹਾਲ ਹੋਏਗਾ। ਬੱਚਾ ਚਲੇ ਗਿਆ। ਪਤੀ ਪਤਨੀ ਦਾ ਸਿਰ, ਪਤੀ ਪਤਨੀ ਦਾ ਕੀ ਹੈ? ਸਿਰ ਹੈ। ਪਤੀ ਪਤਨੀ ਦਾ ਕੀ ਹੈ? ਸਿਰ ਹੈ। खुदा ने कोई सिस्टम बनाया, उस सिस्टम ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੈ। ਉਹ ਬੇਦ-एदोम ਨੇ ਇੱਕ ਅੱਛਾ ਫੈਸਲਾ ਕੀਤਾ। ਉਸ ਦਾ ਵਿਰੋਧ ਉਸ ਦੀ ਔਰਤ ਨੇ ਨਹੀਂ ਕੀਤਾ। ਬੋਲੋ ਨਹੀਂ ਕੀਤਾ। ਨਹੀਂ ਕੀਤਾ। ਬੜੇ ਸਾਰੇ ਘਰ ਇਸੇ ਤਰ੍ਹਾਂ ਬਰਬਾਦ ਹੋ ਜਾਂਦੇ ਹੈ। ਕਦੋਂ? ਜਦੋਂ ਸਿਸਟਮ ਨੂੰ ਉਲਟ ਕਰ ਦਿੰਦੇ ਨੇ। ਸਿਸਟਮ ਨੂੰ ਉਲਟ ਕਰ ਦਿੰਦੇ। ਮੇਰੇ ਪਿਆਰੇ ਅਜ਼ੀਜ਼ੋ, 3 ਮਹੀਨੇ ਇੱਕ ਘਰ ਦੇ ਵਿੱਚ ਰਹਿਣਾ, ਸਾਰੇ ਤੰਗ ਹੋ ਗਏ ਹੋਣੇ। ਸਾਰੇ ਤੰਗ ਹੋ ਗਏ ਹੋਣੇ। ਸਾਰੇ A to Z ਤੰਗ ਹੋ ਗਏ ਹੋਣੇ। ਲੇਕਿਨ ਓਬੇਦ-एदोम ਦੂਰ ਤੋਂ ਸੋਚਦਾ ਹੋਣਾ, ਕੀ ਸੋਚਦਾ ਹੋਣਾ? ਇਹ ਥੋੜੀ ਦੇਰ ਦੀ ਤੰਗੀ ਸਾਡੇ ਲਈ ਚੰਗੀ ਹੈ। ਥੋੜੀ ਦੇਰ ਦੀ ਤੰਗੀ ਸਾਡੇ ਲਈ ਚੰਗੀ ਹੈ। ਕਿਉਂ ਚੰਗੀ ਹੈ? ਕਿਉਂਕਿ 3 ਮਹੀਨੇ ਜੇ ਵਾਚਾ ਦਾ ਸੰਦੂਕ ਘਰ ਦੇ ਅੰਦਰ ਹੈ, ਆਦਤ ਨੂੰ ਬਦਲਣਾ ਪਏਗਾ। ਆਦਤਾਂ ਨੂੰ ਬਦਲਣਾ ਪਏਗਾ। ਬੋਲੋ ਬਦਲਣਾ ਪਏਗਾ। ਜੇ ਅੱਜ ਦੇ ਜ਼ਮਾਨੇ ਦੇ ਵਿੱਚ 2022 ਦੇ ਵਿੱਚ ਜੇ ਵਾਚਾ ਦਾ ਸੰਦੂਕ ਤੁਹਾਡੇ ਘਰ 'ਚ ਆਇਆ ਤਾਂ ਕੀ ਹੋਇਆ ਹੋਏਗਾ? ਬਾਪ ਆਪਣੇ ਬੱਚਿਆਂ ਨੂੰ ਕਹਿ ਰਿਹਾ ਹੋਣਾ, ਮੇਰੀ ਗੱਲ ਸੁਣੋ। ਬਾਪ ਆਪਣੇ ਬੱਚਿਆਂ ਨੂੰ ਕਹਿੰਦਾ ਹੋਣਾ, ਮੇਰੀ ਗੱਲ ਸੁਣੋ, ਸਾਡੇ ਘਰ ਦੇ ਅੰਦਰ ਵਾਚਾ ਦਾ ਸੰਦੂਕ ਹੈ, ਕੋਈ ਪੁੱਠੀਆਂ ਗੱਲਾਂ ਨਹੀਂ ਕਰਨੀਆਂ। ਬਾਹਰ ਬੰਦਾ ਮਰ ਗਿਆ, ਇਹ ਘਰ ਦੇ ਅੰਦਰ ਨਾ ਮਾਤਮ ਆ ਜਾਏ। ਮੈਂ ਤੁਹਾਨੂੰ ਇੱਕ ਸਪੀਕਰ ਲੈ ਕੇ ਦਿੱਤਾ, ਮੋਬਾਈਲ ਰੱਖਿਆ, ਫਿਲਮੀ ਗਾਣੇ ਨਾ ਚਲਾਇਓ, ਬਾਹਰ ਮੌਤ ਹੋਈ ਹੈ, ਇੱਧਰ ਵੀ ਨਾ ਹੋ ਜਾਏ। ਜੇ ਖੁਦਾ ਨੇ ਕੋਈ ਸਿਸਟਮ ਦਿੱਤਾ, ਇਸ ਨੂੰ ਖੁਦਾ ਦੀ ਮਹਿਮਾ ਵਾਸਤੇ ਵਰਤਣਾ, ਨਹੀਂ ਤਾਂ ਉਲਟ ਪੈ ਜਾਏਗਾ। ਖੁਦਾ ਦਾ ਡਰ ਘਰ ਦੇ ਅੰਦਰ ਸਿਖਾਉਣਾ ਸ਼ੁਰੂ ਹੋ ਗਿਆ। ਘਰ ਦਾ ਡਰ ਘਰ ਦੇ ਅੰਦਰ, ਪਰਮੇਸ਼ਰ ਦਾ ਡਰ ਘਰ ਦੇ ਅੰਦਰ ਸ਼ੁਰੂ ਹੋ ਗਿਆ। ਘਰ ਦੀਆਂ ਬਰਕਤਾਂ ਕਦੋਂ ਸ਼ੁਰੂ ਹੁੰਦੀਆਂ ਨੇ? ਜਦ ਪਰਮੇਸ਼ਰ ਦਾ ਡਰ ਬਾਹਰ ਨਹੀਂ, ਪਰਮੇਸ਼ਰ ਦਾ ਡਰ ਘਰ ਦੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ। ਹਾਲੇਲੂਇਆ। ਔਰ ਤੁਹਾਨੂੰ ਪਤਾ ਹੈ, ਰਸੂਲਾਂ ਦੇ ਕਰਤੱਵ ਦੇ ਵਿੱਚ ਪਰਮੇਸ਼ਰ ਦਾ ਆਤਮਾ ਕਿੱਥੇ ਉਤਰ ਕੇ ਆਇਆ ਸੀ? ਪੈਂਤੀਕੋਸਤ ਦੇ ਦਿਨ, ਪ੍ਰੇਰਿਤਾਂ ਦੇ ਕੰਮ 2 ਅਧਿਆਏ, ਜਦ 120 ਜਣੇ ਇਕੱਠੇ ਸਨ, ਪਰਮੇਸ਼ਰ ਦਾ ਆਤਮਾ ਕਿੱਥੇ ਉਤਰ ਕੇ ਆਇਆ ਸੀ? ਲਿਖਿਆ ਇੱਕ ਘਰ ਦੇ ਵਿੱਚ ਸਨ, ਚਰਚ ਦੇ ਵਿੱਚ ਨਹੀਂ।
ਇੱਕ ਘਰ ਦੇ ਅੰਦਰ 120 ਜਣੇ ਬੈਠੇ ਸਨ, ਪਰਮੇਸ਼ਰ ਦਾ ਆਤਮਾ ਉਤਰ ਕੇ ਆਇਆ। ਹਾਲੇਲੂਇਆ, 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 ਹਾਲੇਲੂਇਆ। ਪਰਮੇਸ਼ਰ ਦਾ ਡਰ ਸਾਡੇ ਘਰ ਦੇ ਅੰਦਰ ਉਹਨੇ ਪਾਏ। ਮੇਰੇ ਪਿਆਰੇ ਅਜ਼ੀਜ਼ੋ, ਅਬਰਾਹਮ ਦੇ ਬਾਰੇ ਪਰਮੇਸ਼ਰ ਇਸ ਪ੍ਰਕਾਰ ਨਾਲ ਗਵਾਹੀ ਦਿੰਦਾ ਹੈ। ਉਤਪਤੀ ਦੀ ਕਿਤਾਬ 18 ਦੀ 19 ਆਇਤ ਵਿੱਚ ਲਿਖਿਆ, ਪਰਮੇਸ਼ਰ ਕਹਿੰਦਾ ਹੈ ਅਬਰਾਹਮ ਦੇ ਬਾਰੇ ਕਿ ਮੈਂ ਜਾਣਦਾ ਹਾਂ ਕਿ ਅਬਰਾਹਮ ਆਪਣੇ ਜਾਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਹੁਕਮ ਦੇਵੇਗਾ ਕਿ ਉਹ ਪਰਮੇਸ਼ਰ ਦੇ ਰਾਹ ਤੇ ਚੱਲਣਾ। ਇਹਦਾ ਮਤਲਬ ਕੀ ਸੀ? देयर वाज अ परफेक्ट ऑर्डर इन द हाउस। घर ਦੇ ਵਿੱਚ ਬਿਲਕੁਲ ਸਹੀ ਆਰਡਰ ਸੀ। ਬੱਚੇ ਆਪਣੇ ਪਿਤਾ ਦੇ ਆਗਿਆ ਦੇ ਅਧੀਨ ਸਨ, ਪਤਨੀ ਆਪਣੇ ਪਤੀ ਦੇ ਆਗਿਆ ਦੇ ਅਧੀਨ ਸੀ। ਹਾਲੇਲੂਇਆ, 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 ਹਾਲੇਲੂਇਆ। ਤੁਸੀਂ ਥੋੜੇ ਵਿੱਚ ਵਫਾਦਾਰ ਰਹੋਗੇ, ਖੁਦਾ ਤੁਹਾਨੂੰ ਬਹੁਤਿਆਂ ਦੇ ਵਿੱਚ ਵੀ ਕੀ ਕਰੇਗਾ? ਵਫਾਦਾਰ ਬਣਾਏਗਾ। ਤੁਸੀਂ ਥੋੜੇ ਵਿੱਚ ਵਫਾਦਾਰ ਰਹੋਗੇ, ਖੁਦਾ ਤੁਹਾਨੂੰ ਬਹੁਤਿਆਂ ਵਿੱਚ ਕੀ ਕਰੇਗਾ? ਵਫਾਦਾਰ ਬਣਾਏਗਾ। ਮੇਰੇ ਪਿਆਰੇ ਅਜ਼ੀਜ਼ੋ, ਬਹੁਤ ਵਾਰੀ ਸਾਡੇ, ਮੈਂ ਅੱਜ ਇਹ ਸਿਖਾ ਰਿਹਾ ਪਰਿਵਾਰਿਕ ਬਰਕਤਾਂ ਦਾ ਰਹੱਸ ਕੀ ਹੈ, ਘਰੇਲੂ ਆਸ਼ੀਸ਼ਾਂ ਦਾ ਰਹੱਸ ਕੀ ਹੈ। ਪਿਆਰੇ ਅਜ਼ੀਜ਼ੋ, ਬਾਹਰ ਸਹੀ ਕਰਨ ਤੋਂ ਪਹਿਲਾਂ ਆਪਣਾ ਜੀਵਨ ਔਰ ਆਪਣੇ ਘਰ ਨੂੰ ਸਹੀ ਕਰਨਾ, ਆਪਣੇ ਜੀਵਨ ਨੂੰ, ਆਪਣੇ ਪਰਿਵਾਰ ਨੂੰ ਕੀ ਕਰਨਾ? ਸਹੀ ਕਰਨਾ। ਮੈਂ ਬਹੁਤ ਵਾਰੀ ਐਸਾ ਦੇਖਿਆ, ਬਹੁਤ ਸਾਰੇ ਬੱਚੇ ਆਪਣੇ ਪਿਤਾ ਨੂੰ ਤੂੰ ਕਹਿ ਕੇ ਬੁਲਾਉਂਦੇ ਹੈ। ਇਟਸ ਅ ਸ਼ੇਮ, ਸ਼ਰਮ ਦੀ ਗੱਲ ਹੈ। ਬੱਚੇ ਆਪਣੇ ਪਿਤਾ ਨੂੰ ਤੂੰ ਕਹਿ ਕੇ ਬੁਲਾਉਂਦੇ, ਇਟਸ ਅ ਸ਼ੇਮ। ਬਹੁਤ ਸਾਰੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਐਸੇ ਐਸੇ ਲਫ਼ਜ਼ ਬੋਲਦੇ ਹੈ ਜੋ ਬੋਲਣੇ ਨਹੀਂ ਚਾਹੁੰਦੇ। ਇਟਸ ਅ ਸ਼ੇਮ, ਇਟਸ ਅ ਸ਼ੇਮ। ਇਹ ਸ਼ਰਮ ਦੀ ਗੱਲ ਹੈ। ਮੇਰੇ ਪਿਆਰੇ ਅਜ਼ੀਜ਼ੋ, ਜੇ ਤੁਸੀਂ ਫਲਵੰਤ ਹੋਣਾ ਹੈ, ਆਪਣੇ ਘਰ ਨੂੰ ਪਹਿਲੇ ਸਹੀ ਆਰਡਰ ਦੇ ਵਿੱਚ ਲੈ ਕੇ ਆਣਾ, ਸਹੀ ਆਰਡਰ ਦੇ ਵਿੱਚ ਲੈ ਕੇ ਆਣਾ, ਸਹੀ ਆਰਡਰ ਦੇ ਵਿੱਚ ਲੈ ਕੇ ਆਣਾ। ਕਿਉਂਕਿ ਯਹੋਸ਼ੁਆ ਨੇ ਜਦ ਕਿਹਾ ਮੈਂ ਔਰ ਮੇਰਾ ਘਰਾਨਾ ਯਹੋਵਾ ਦੀ ਸੇਵਾ ਕਰਾਂਗੇ, ਉਹਦਾ ਅਰਥ ਕੀ ਸੀ? ਯਹੋਸ਼ੁਆ ਜਾਣਦਾ ਸੀ ਜੋ ਮੈਂ ਕਹਾਂਗਾ ਮੇਰੇ ਬੱਚੇ ਵੀ ਮੇਰੇ ਰਾਹ ਤੇ ਤੁਰਨਗੇ, ਮੇਰੇ ਬੱਚੇ ਵੀ ਮੇਰੇ ਰਾਹ ਤੇ ਤੁਰਨਗੇ। ਅਗਲੀ ਗੱਲ, ਓਬੇਦ एदोम ਨੇ ਪਰਮੇਸ਼ਰ ਦੇ ਸੇਵਾ ਕੀਤੀ, ਪਰਮੇਸ਼ਰ ਦਾ ਆਦਰ ਕੀਤਾ। ਦੂਸਰਾ, ਪਹਿਲਾ ਸ਼ਮੂਏਲ 2 ਦੀ 30 ਆਇਤ ਵਿੱਚ ਲਿਖਿਆ, ਤੁਸੀਂ ਮੇਰਾ ਆਦਰ ਕਰੋਗੇ ਤਾਂ ਮੈਂ ਵੀ ਤੁਹਾਡਾ ਆਦਰ ਕਰਾਂਗਾ। ਸਾਰੇ ਮੇਰੇ ਪਿੱਛੇ ਬੋਲੋ, ਜੇ ਅਸੀਂ ਪਰਮੇਸ਼ਰ ਦਾ ਆਦਰ ਕਰਾਂਗੇ, ਪਰਮੇਸ਼ਰ ਦਾ ਆਦਰ ਕਰਾਂਗੇ, ਪਰਮੇਸ਼ਰ ਸਾਡਾ ਵੀ ਆਦਰ ਕਰੇਗਾ। ਪਰਮੇਸ਼ਰ ਸਾਡਾ ਵੀ ਆਦਰ ਕਰੇਗਾ। ਜੇ ਅਸੀਂ ਪਰਮੇਸ਼ਰ ਦਾ ਆਦਰ ਕਰਾਂਗੇ, ਪਰਮੇਸ਼ਰ ਸਾਡਾ ਵੀ ਕੀ ਕਰੇਗਾ? ਆਦਰ ਕਰੇਗਾ। ਇੱਥੇ ਲਿਖਿਆ, ਓਬੇਦ एदोम ਨੇ ਖੁਦਾ ਦੀ ਸੇਵਾ ਕੀਤੀ। 3 ਮਹੀਨੇ ਹੀ ਸਿਰਫ ਉਸਨੇ ਸੰਦੂਕ ਨੂੰ ਘਰ ਦੇ ਵਿੱਚ ਰੱਖਿਆ। ਖੁਦਾ ਨੇ ਉਸ ਨੂੰ ਵੀ, ਉਹਦੇ ਘਰਾਣੇ ਨੂੰ ਵੀ, ਉਹਦੀਆਂ ਚੀਜ਼ਾਂ ਨੂੰ ਵੀ ਕੀ ਦਿੱਤਾ? ਬਰਕਤ ਦਿੱਤੀ। 12-14 ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਓਬੇਦ एदोम ਨੇ ਬਰਕਤ ਪਾਈ। ਇਹ ਖਬਰ ਰਾਜੇ ਨੂੰ ਵੀ ਪਤਾ ਲੱਗ ਗਿਆ। ਇਹਦੀ ਖਬਰ ਕਿਸ ਨੂੰ ਮਿਲਿਆ? ਰਾਜੇ ਨੂੰ। ਗੁਪਤ ਰੀਤੀ ਦੇ ਨਾਲ ਸੇਵਾ, ਬਰਕਤ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਿਹਾ। ਹਾਲੇਲੂਇਆ, ਹਾਲੇਲੂਇਆ। ਘਰ ਦੇ ਅੰਦਰ ਰੱਖਿਆ, ਘਰ ਦੇ ਅੰਦਰ ਖੁਦਾ ਦੀ ਮਹਿਮਾ, ਘਰ ਦੇ ਅੰਦਰ ਰੱਬ ਦਾ ਡਰ, ਲੇਕਿਨ ਉਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ। ਇਹਦੀ ਚਰਚਾ ਸਿਰਫ ਆਪਣੇ ਮੁਹੱਲੇ ਦੇ ਵਿੱਚ ਹੀ ਨਹੀਂ, 1-2 ਜਾਣਿਆਂ ਦੇ ਵਿੱਚ ਹੀ ਨਹੀਂ, ਰਾਜੇ ਨੂੰ ਵੀ ਪਤਾ ਲੱਗ ਗਿਆ। ਦੇਖੋ, ਤੁਸੀਂ ਜਿਸ ਤੋਂ ਭੱਜਦੇ ਸੀ, ਓਬੇਦ एदोम ਨੇ ਤੇ 3 ਮਹੀਨੇ ਨਹੀਂ ਰੱਖਿਆ, ਖੁਦਾ ਨੇ ਉਸ ਨੂੰ ਵੀ ਬੜਾ ਬਲਵਾਨ ਬਣਾਇਆ, ਉਸ ਨੂੰ ਵੀ ਬੜੀ ਆਸ਼ੀਸ਼ ਦਿੱਤੀ। ਹਾਲੇਲੂਇਆ। ਮੇਰੇ ਪਿਆਰੇ ਅਜ਼ੀਜ਼ੋ, ਤੁਸੀਂ ਖੁਦਾ ਦੀ ਸੇਵਾ ਕਰੋਗੇ, ਖੁਦਾ ਤੁਹਾਨੂੰ ਵੀ ਕੀ ਦੇਗਾ? ਕੂਚ 23 ਬਾਬ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਐਕਸੋਡਸ 27 ਵਰਸ 7, ਉਸ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਜੋ ਮੇਰੀ ਸੇਵਾ ਕਰੇਗਾ ਮੈਂ ਉਸਦੇ ਰੋਟੀ ਪਾਣੀ 'ਚ ਬਰਕਤ ਦੇਵਾਂਗਾ ਔਰ ਉਸ ਤੋਂ ਰੋਗ ਨੂੰ ਸਭ ਦੂਰ ਕਰਾਂਗਾ। ਹਾਲੇਲੂਇਆ। ਐਸੇ ਖੁਦਾ ਦੀ ਸੇਵਾ ਕਰਦੇ ਹਾਂ, ਖੁਦਾ ਸਾਨੂੰ ਵੀ ਆਸ਼ੀਸ਼ ਦੇਵੇਗਾ ਔਰ ਸਾਰੇ ਰੋਗਾਂ ਤੋਂ ਵੀ ਸਾਨੂੰ ਨਿਰੋਇਆ ਕਰੇਗਾ। ਖੁਦਾ ਦੀ ਸੇਵਾ ਕਿਸ ਤਰ੍ਹਾਂ ਹੈ? ਸੁਣੋ, ਖੁਦਾ ਦੀ ਸੇਵਾ ਕਿਸ ਤਰ੍ਹਾਂ ਹੈ। ਮੈਂ ਤੁਹਾਨੂੰ ਪਹਿਲੇ ਕਿਹਾ 3 ਮਹੀਨੇ ਆਪਣੇ ਘਰ ਦੇ ਵਿੱਚ ਰੱਖਣਾ ਇੱਕ ਆਸਾਨ ਗੱਲ ਨਹੀਂ ਹੈ। ਆਪਣੇ ਸਿਸਟਮ ਨੂੰ ਚੇਂਜ ਕਰਨਾ ਪਏਗਾ, ਆਪਣੀ ਆਦਤਾਂ ਨੂੰ ਚੇਂਜ ਕਰਨਾ ਪਏਗਾ, ਬਹੁਤ ਸਾਰੀਆਂ ਗੱਲਾਂ ਨੂੰ ਬਦਲਣਾ ਪਏਗਾ, ਬਹੁਤ ਸਾਰੀਆਂ ਗੱਲਾਂ ਨੂੰ ਬਦਲਣਾ ਪਏਗਾ। ਜੱਕਈ ਦੇ ਘਰ ਦੇ ਵਿੱਚ ਯਿਸੂ ਮਸੀਹ ਗਿਆ, ਲੇਕਿਨ ਤਦ ਤੱਕ ਯਿਸੂ ਨਹੀਂ ਬੋਲੇ ਕਿ ਅੱਜ ਇਸ ਘਰ 'ਚ ਨਜਾਤ ਆਇਆ, ਜਦ ਤੱਕ ਜੱਕਈ ਨੇ ਇਕਰਾਰ ਨਹੀਂ ਕੀਤਾ। ਯਿਸੂ ਦਾ ਘਰ ਦੇ ਵਿੱਚ ਜਾਣ ਦੇ ਨਾਲ ਜੀਵਨ ਨਹੀਂ ਬਦਲਿਆ, ਜਦ ਤੱਕ ਜੱਕਈ ਆਪਣੇ ਮੂੰਹ ਤੋਂ ਨਹੀਂ ਬੋਲਿਆ ਕਿ ਮੈਂ ਪ੍ਰਭੂ ਜੀ ਆਪਣੇ ਜੀਵਨ ਨੂੰ ਬਦਲਣਾ ਚਾਹੁੰਦਾ, ਜੋ ਕੁਝ ਗਲਤ ਰੀਤੀ ਨਾਲ ਕਮਾਇਆ 4 ਗੁਣਾ ਮੈਂ ਵਾਪਸ ਦੇਣਾ ਚਾਹੁੰਦਾ। ਤਦ ਹੀ ਯਿਸੂ ਨੇ ਕਿਹਾ ਅੱਜ ਇਸ ਘਰ 'ਚ ਨਜਾਤ ਆਈ, ਅੱਜ ਇਸ ਘਰ ਦੇ ਵਿੱਚ ਨਜਾਤ ਆਈ। ਮੇਰੇ ਪਿਆਰੇ ਅਜ਼ੀਜ਼ੋ, ਤੁਸੀਂ ਆਪਣਾ ਸਮਾਂ ਕੱਢ ਕੇ ਖੁਦਾ ਦੇ ਘਰ ਦੇ ਵਿੱਚ ਆਏ, ਇਹ ਖੁਦਾ ਦੀ ਸੇਵਾ ਹੈ,
ਇਹ ਖੁਦਾ ਦੀ ਕੀ ਹੈ? ਸੇਵਾ ਹੈ। ਆਪਣੀ ਦਿਹਾੜੀ ਨੂੰ ਛੱਡ ਕੇ ਪਰਮੇਸ਼ਰ ਦੇ ਘਰ ਦੇ ਵਿੱਚ ਆਏ, ਇਹ ਖੁਦਾ ਦੀ ਸੇਵਾ ਹੈ। ਆਪਣਾ ਜੀਵਨ ਨੂੰ ਬਦਲਣ ਦਾ ਫੈਸਲਾ ਕੀਤਾ ਹੈ, ਇਹ ਖੁਦਾ ਦੀ ਸੇਵਾ ਹੈ। ਆਪਣੇ ਘਰ ਨੂੰ ਖੋਲਿਆ, ਇਹ ਖੁਦਾ ਦੀ ਸੇਵਾ ਹੈ। ਹਾਲੇਲੂਇਆ, ਹਾਲੇਲੂਇਆ। ਆਪਣਾ ਸਹੀ ਚਾਲ ਚਲਨ ਖੁਦਾ ਦੇ ਅੱਗੇ ਰੱਖਿਆ, ਲੋਕਾਂ ਦੇ ਸਾਹਮਣੇ ਰੱਖਿਆ, ਮਸੀਹ ਦਾ ਇੱਕ ਵਚਨ ਆਪਣੀ ਗਵਾਹੀ ਦੇ ਦੁਆਰਾ ਦੱਸਿਆ, ਇਹ ਖੁਦਾ ਦੀ ਸੇਵਾ ਹੈ। ਹਾਲੇਲੂਇਆ, ਪ੍ਰੇਜ਼ ਦ ਲਾਰਡ, ਹਾਲੇਲੂਇਆ। ਹਾਲੇਲੂਇਆ। ਤੁਸੀਂ ਸੰਤਾਂ ਦੀ ਸੇਵਾ ਕੀਤੀ, ਪਰਮੇਸ਼ਰ ਦੇ ਦਾਸਾਂ ਦਾ ਆਦਰ ਕੀਤਾ, ਇਹ ਖੁਦਾ ਦੀ ਸੇਵਾ ਹੈ। ਇਹ ਖੁਦਾ ਦੀ ਕੀ ਹੈ? ਸੇਵਾ ਹੈ। ਬੋਲੋ, ਸੇਵਾ ਹੈ। ਮੈਂ ਕਈ ਵਾਰੀ ਐਸਾ ਵੀ ਸੋਚਦਾ, ਕਈ ਵਾਰੀ ਸਾਡੇ ਤੋਂ ਜਿਹੜੇ ਛੋਟੇ ਨੇ ਉਹਨਾਂ ਨੂੰ ਪਾਸਟਰ ਜੀ ਕਹਿ ਦਿੰਦੇ, ਸਾਨੂੰ ਬ੍ਰਦਰ ਜੀ ਕਹਿ ਦਿੰਦੇ ਆ। ਸਾਡੇ ਤੋਂ ਛੋਟਿਆਂ ਨੂੰ ਕੀ ਕਹਿ ਦੇਣਾ? ਪਾਸਟਰ ਜੀ। ਪਾਸਟਰ ਜੀ। ਸਾਡੇ ਤੋਂ ਛੋਟੇ ਜਿਹੜਾ ਮਸਾ ਵੀ ਨਹੀਂ ਹੋਇਆ ਉਹਨਾਂ ਨੂੰ ਪਾਸਟਰ ਜੀ, ਔਰ ਜਿਹੜੇ ਖੁਦਾ ਦੀ ਸੇਵਾ ਕਰ ਰਹੇ ਉਹਨਾਂ ਨੂੰ ਬ੍ਰਦਰ ਜੀ। ਉਹਨਾਂ ਨੂੰ ਬ੍ਰਦਰ ਜੀ। ਕਈ ਵਾਰੀ ਸਿੱਧਾ ਨਾ ਹੀ ਲੈ ਲੈਂਦੇ ਆ। ਇਹ ਆਦਰ ਨਹੀਂ ਹੈ। ਦੈਟ ਇਜ਼ ਨਾਟ ਰਾਈਟ। ਤੁਸੀਂ ਖੁਦਾ ਦਾ ਆਦਰ ਕਰੋਗੇ, ਖੁਦਾ ਤੁਹਾਡਾ ਵੀ ਕੀ ਕਰੇਗਾ? ਆਦਰ ਕਰੇਗਾ। ਹਾਲੇਲੂਇਆ। ਹਾਲੇਲੂਇਆ। ਤੁਸੀਂ ਖੁਦਾ ਦੀ ਸੇਵਾ ਕਰੋਗੇ, ਖੁਦਾ ਤੁਹਾਡਾ ਵੀ ਆਦਰ ਕਰੇਗਾ। तीसरी गल और आखिरी पढ़ो दूसरा इतिहास, सेकंड क्रॉनिकल्स चैप्टर 26। सॉरी, पहला इतिहास 26 बाब ओदी 7 और 8 आयत पढ़ना। शमाइया के पुत्र ये थे, अर्थात ओती, रपायल, ओबेद, एलजाबाद और उनके भाई एलीहू और समक्या बलवान पुरुष थे। ये सब ओबेद एदोम की संतानों में से थे। वे और उनके पुत्र और भाई इस सेवा के लिए बलवान और शक्तिमान थे। ये ओबेद एदोमी 62 थे। बस पहला मैं क्या, ओबेद एदोम एक गरीब घर तो सी, लेकिन कुछ साल बीत गए। इथे लिखिया ओबेद एदोम दा परिवार बलवान और शक्तिशाली सी। कौन सी? बलवान और शक्तिशाली। बलवान और शक्तिशाली। बलवान और शक्तिशाली। बलवान और शक्तिशाली। जेकर कोई ओबेद एदोम ने पूछे तुसी इस तरह किवें बन गए, ओबेद एदोम तेरा रहस्य की है, तेरा सीक्रेट की है, तुसी इन्हें बलवान किवें बन गए, इन्हें शक्तिशाली किवें बन गए? वो कहेगा सिर्फ 3 महीने। कितने? 3 महीने। ओके, ओनली 3 मंथ्स। सिर्फ 3 महीने तनो मनो मैं प्रभु की आराधना की, खुदा ने बरकतां देनियां शुरू करतियां, वचन पूरा होया। वचन की सी, पहले ਉਹਦੇ ਸਰਗੇ ਰਾਜ और धर्म ਦੀ खोज करो ਤਾਂ ਸਾਰੀਆਂ ਵਸਤਾਂ ਤੁਹਾਨੂੰ ਪਿੱਛੇ ਬਹਿ ਕੇ ਮਿਲਣਗੀਆਂ। ਲੇਕਿਨ ਇਹ ਗੱਲ ਕਵਾਂ, ਖੁਦਾ ਦੀਆਂ ਬਰਕਤਾਂ ਨੂੰ ਪਾ ਕੇ ਦਿਲ ਦੇ ਵਿੱਚ ਕਮਾਂਡ ਨਹੀਂ ਆਇਆ, ਗਰੂਰ ਤੇ ਨਹੀਂ ਆਇਆ। ਜਦ ਖੁਦਾ ਨੇ ਬਰਕਤਾਂ ਦਿੱਤੀਆਂ, ਉਹਨੇ ਕਿਹਾ ਮੇਰੀ ਡਿਊਟੀ ਲਗਾਣਾ। ਕਿੱਥੇ? ਗੇਟ ਤੇ। ਕਿੱਧਰ? द्वारपाल। ਕਿੱਧਰ? गेट पे। ਅੱਜ ਜੇ ਮੈਂ ਅੱਜ ਵੈਸੇ ਡਿਊਟੀਆਂ ਬਦਲ ਜਾਣੀਆਂ, ਸਾਰੀ ਡਿਊਟੀਆਂ ਮੈਂ ਚੇਂਜ ਕਰ ਦੇਣੀਆਂ। ਸਾਡੇ ਇੱਧਰ ਕਈਆਂ ਨੂੰ ਇੱਕ ਸੋਚ ਹੈ, ਪੁੱਠੀ ਸੋਚ। ਜੇ ਕਿਸੇ ਦੀ ਜੋੜੇ ਤੇ ਡਿਊਟੀ ਲਗਾਈ, ਕੋਈ ਨਾ ਕੋਈ ਗਲਤੀ ਕੀਤੀ, ਸਜ਼ਾ ਮਿਲੀ। ਪੁੱਠੀ ਸੋਚ। ਕਿਹੜੀ ਸੋਚ? ਪੁੱਠੀ ਸੋਚ। ਪੁੱਠੀ ਸੋਚ। ਕੋਈ ਨਾ ਕੋਈ ਗਲਤੀ ਕੀਤੀ, ਇਸ ਨੂੰ ਪਾਸਟਰ ਜੀ ਨੇ जोड़ियां दी सेवा। ਜੋੜਿਆਂ ਦੀ ਸੇਵਾ ਲਾਈ। ਸੁਣੋ, जो सेवा करेगा मेवा उसे नू मिलेगा। जो सेवा करेगा बरकत उसे नू मिलेगी। जो सेवा ना करो, कुछ भी नहीं जाना, ਤੁਹਾਡੇ जगह कोई होर कोई खड़ा होएगा, बरकत वो लेके जाएगा। हालेलुया। हालेलुया। ओबेद एदोम कहता है, खुदाया तू मैनू इन्नियां बरकतां दित्तियां, इस बरकत दा बयान राजे तक चला गया, पर एक गल है, मेरी ड्यूटी तुसी द्वारपाल ते लगाओ। किथे लगाना? गेट ते। अच्छा, राजा दाऊद कितना सियाणा है। गेट कीपर की की ड्यूटी होंदी है? अंदर आंदे जांदे लोकां नू हैं दरवाज़ा खोलना, बंद करना, देखना कौन आ रहा है कौन नहीं आ रहा। ओबेद एदोम ने 3 महीने वाचा दे संदूक की राखी की। दाऊद जानदा सी इसने 3 महीने जे वफादार रहा, ए गेट ते भी वफादार रहेगा। हालेलुया। जैसे थोड़े विच वफादार रवांगे, खुदा सानू बहुता भी देवेगा। आमीन। लेकिन जब खुदा सानू बहुता भी देवे, कदी भी दिल दे विच कमांड ना आवे। अज भी बाथरूम दी साफ सफाई करन दे लई दिल तैयार रहना। हालेलुया। अज भी झाड़ू लगाने दे लई दिल तैयार रहना। अज भी परमेश्वर दी आराधना करन दे लई किथे भी मिले, तंबू उतारन दी सेवा भी होवे, करन दे लई तैयार रहना।
ਬਰਤਨ ਸਫਾਈ ਦੀ ਸੇਵਾ ਵੀ ਹੋਵੇ, ਕਹਿਣਾ ਮੈਂ ਜਿੰਨਾ ਵੀ ਚਾ ਜਾਵਾਂ ਖੁਦਾਵੰਦਾ ਮੈਂ ਤੇਰਾ ਧੰਨਵਾਦ, ਇਹ ਸੇਵਾ ਮੈਨੂੰ ਦਿੱਤੀ, ਇਹਦਾ ਪ੍ਰਤੀਫਲ ਤੁਸੀਂ ਮੈਨੂੰ ਔਰ ਮੇਰੇ ਪਰਿਵਾਰ ਨੂੰ ਤੁਸੀਂ ਜ਼ਰੂਰ ਦਿਓਗੇ। ਹਾਲੇਲੂਇਆ। ਦੇਖੋ ਉਬੇਦ ਐਦੋਮ ਦੀ ਸੁਣਾ ਡਿਊਟੀ ਲੱਗੀ ਹੈ, ਕਿਹੜੇ ਜਾਣਿਆਂ ਦੀ? 62। ਕਿੰਨਾ ਖੁਸ਼ ਹੋਏਗਾ ਜਦੋਂ ਕਹਿੰਦਾ ਨਾ ਮੈਂ ਔਰ ਮੇਰਾ ਸਾਰਾ ਘਰਾਨਾ ਗੇਟ ਤੇ ਡਿਊਟੀ ਦੀ ਕਰ ਰਿਹਾ ਹੈ, ਪਰਮੇਸ਼ਰ ਦੀ ਸੇਵਾ ਕਰ ਰਿਹਾ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਮੇਰੇ ਪਿਆਰੇ ਅਜ਼ੀਜ਼ੋ, ਆਦਤ ਬਣਾਉਣਾ, ਆਦਤ ਬਣਾਉਣ ਦੇ ਲਈ ਡਿਸਪਲਿਨ ਦੀ ਲੋੜ ਹੈ, ਆਦਤ ਬਣਾਉਣ ਦੇ ਲਈ ਅਨੁਸ਼ਾਸਨ ਦੀ ਲੋੜ ਹੈ, ਲਗਾਤਾਰ ਬਣੇ ਰਹਿਣ ਦੀ ਲੋੜ ਹੈ। ਜੋ ਤੁਸੀਂ ਅੱਜ ਕਰੋਗੇ ਆਪਣੇ ਬੱਚਿਆਂ ਦੇ ਸਾਹਮਣੇ ਬੱਚਿਆਂ ਨੂੰ ਲੈ ਕੇ ਆਣਾ, ਇਹ ਬੜਾ ਜ਼ਰੂਰੀ ਹੈ। ਖੁਦਾ ਦੀ ਹਜ਼ੂਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਨਹੀਂ ਲੈ ਕੇ ਆਂਦੇ, ਹੌਲੀ ਹੌਲੀ ਦੇਖਿਓ ਕੀ ਬਣੇਗਾ। ਬਾਹਰ ਦੇ ਬਾਹਰ ਫਿਰ ਕੁਝ ਸਾਲ ਬਾਅਦ ਬੀਤਣਗੇ, ਤੁਸੀਂ ਰੋਗੇ ਜਦ ਵੇਲਾ ਸੀ ਤਦ ਫਾਇਦਾ ਨਹੀਂ ਉਠਾਇਆ, ਜਦ ਵੇਲਾ ਹੱਥੋਂ ਲੰਘ ਗਿਆ ਰੋਣ ਦਾ ਕੀ ਫਾਇਦਾ। ਮੇਰੇ ਪਿਆਰੇ ਅਜ਼ੀਜ਼ੋ, ਅੱਜ ਜੋ ਕੁਝ ਵੀ ਤੁਸੀਂ ਫੈਸਲਾ ਕਰਦੇ ਹੋ ਇਹ ਤੁਹਾਨੂੰ ਤੁਹਾਡੇ ਪਰਿਵਾਰਾਂ ਦੇ ਉੱਤੇ ਬੜਾ ਅਸਰ ਕਰਨੇ ਜਾ ਰਹਾ ਹੈ। ਹਾਲੇਲੂਇਆ। ਹਾਲੇਲੂਇਆ। ਭਾਵੇਂ ਥੋੜੇ ਰੂਪ ਨਾਲ ਕਰੋ, ਭਾਵੇਂ ਜ਼ਿਆਦਾ ਰੂਪ ਨਾਲ ਕਰੋ, ਲੇਕਿਨ ਆਪਣੇ ਦਿਲ ਦੇ ਦਰਵਾਜ਼ੇ ਨੂੰ ਬੰਦ ਨਾ ਕਰਨਾ, ਕਦੀ ਵੀ ਅੱਕਣਾ ਨਹੀਂ, ਕਦੀ ਵੀ ਥੱਕਣਾ ਨਹੀਂ। ਭਾਵੇਂ ਡਿਊਟੀ ਕਰ ਕਰਕੇ ਸਰੀਰ ਭਾਵੇਂ ਕਮਜ਼ੋਰ ਵੀ ਹੁੰਦਾ ਹੋਏ ਤੇ ਵੀ ਕਹਿਣਾ ਕਿ ਨਹੀਂ ਪ੍ਰਭੂ ਜੀ, ਜਿਹੜਾ ਸਮਾਂ ਤੈਨੂੰ ਦੇਣਾ ਹੈ ਉਹ ਸਮਾਂ ਮੈਂ ਤੈਨੂੰ ਜ਼ਰੂਰ ਦੇਵਾਂਗਾ। ਆਮੀਨ। ਜਿਹੜਾ ਕੰਮ ਮੈਂ ਤੇਰੇ ਲਈ ਕਰਨਾ ਹੈ ਉਹ ਕੰਮ ਮੈਂ ਜ਼ਰੂਰ ਤੇਰੇ ਲਈ ਕਰਾਂਗਾ। ਮੈਂ ਉਸ ਦਿਨ ਵਚਨ ਸੁਣਾਇਆ, ਕੁਰਨੇਲੀਅਸ ਕੌਣ ਸੀ? ਕੁਰਨੇਲੀਅਸ ਇੱਕ ਸੂਬੇਦਾਰ ਸੀ, ਇੱਕ ਫੌਜੀ ਸੀ। ਔਰ ਫੌਜੀਆਂ ਦੀ ਡਿਊਟੀ ਆਸਾਨ ਹੁੰਦੀ ਹੈ ਕਿ ਸਖਤ ਹੁੰਦੀ ਹੈ? ਸਖਤ ਹੁੰਦੀ ਬੋਲੋ। ਸਖਤ ਹੁੰਦੀ ਹੈ। ਫੌਜੀਆਂ ਦੀ ਡਿਊਟੀ ਆਸਾਨ ਹੈ ਜਾਂ ਸਖਤ ਹੈ? ਸਖਤ ਹੈ। ਲੇਕਿਨ ਉਹਦੇ ਬਾਰੇ ਲਿਖਿਆ ਕੁਰਨੇਲੀਅਸ ਇੱਕ ਸੂਬੇਦਾਰ, ਮਤਲਬ 100 ਲੋਕ ਉਸਦੇ ਅੰਡਰ ਨੇ, ਲੇਕਿਨ ਫਿਰ ਵੀ ਆਪਣੇ ਪੂਰੇ ਪਰਿਵਾਰ ਸਮੇਤ ਪਰਮੇਸ਼ਰ ਦਾ ਡਰ ਰੱਖਦਾ ਸੀ, ਭਗਤ ਸੀ, ਨਿਤ ਪ੍ਰਾਰਥਨਾ ਕਰਦਾ ਸੀ, ਨਿਤ ਦਾਨ ਦਿੰਦਾ ਸੀ। ਖੁਦਾ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, ਕੁਰਨੇਲੀਅਸ ਤੇਰੀਆਂ ਪ੍ਰਾਰਥਨਾਵਾਂ ਔਰ ਤੇਰੇ ਦਾਨ ਸੁਰਗ ਦੇ ਵਿੱਚ ਕਬੂਲ ਹੋ ਗਏ ਨੇ। ਹਾਲੇਲੂਇਆ। ਇਹਦਾ ਮਤਲਬ ਸਾਡਾ ਕੰਮ ਕਾਰੋਬਾਰ ਕੋਈ ਬਹਾਨਾ ਨਹੀਂ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਨਹੀਂ ਆ ਸਕਦੇ, ਪਰਮੇਸ਼ਰ ਦੀ ਆਰਾਧਨਾ ਨਹੀਂ ਕਰ ਸਕਦੇ। ਮੈਂ ਬੜਾ ਦੂਰ ਹਾਂ ਜੀ, ਮੈਂ ਇਸ ਤਰ੍ਹਾਂ ਜੀ, ਮੇਰੀ ਡਿਊਟੀ ਬੜੀ ਸਖਤ ਹੈ, ਪਾਸਟਰ ਜੀ ਇੰਨੇ ਦੇਰ ਖੜੇ ਰਹਿਣਾ ਪੈਂਦਾ ਹੈ, ਉਹ ਹੋ ਗਿਆ ਇਹ ਹੋ ਗਿਆ। ਇੱਕ ਵੇਲਾ ਆਏਗਾ ਮੰਜੇ ਤੇ ਪਾਓਗੇ, ਫਿਰ ਕੌਣ ਯਾਦ ਕਰੇਗਾ? ਉਦੋਂ ਰੱਬ ਕਰਨ ਦਾ ਕੋਈ ਫਾਇਦਾ ਨਹੀਂ। ਹੁਣ ਜਦ ਖੁਦਾ ਨੇ ਮੌਕਾ ਦਿੱਤਾ, ਜਦ ਹੱਡੀਆਂ ਦੇ ਵਿੱਚ ਜਾਨ ਹੈ, ਤੁਸੀਂ ਖੁਦਾ ਦੀ ਮਹਿਮਾ ਕਰੋ, ਕਿਉਂਕਿ ਇਸ ਕੰਮ ਦਾ ਅਸਰ ਕਿਸੇ ਨਾ ਕਿਸੇ ਰੀਤੀ ਦੇ ਨਾਲ ਤੁਹਾਡੇ ਨਾਲ ਬੈਠੇ, ਤੁਹਾਡੇ ਪਿੱਛੇ ਬੈਠੇ, ਤੁਹਾਡੇ ਆਉਣ ਵਾਲੀ ਪੀੜ੍ਹੀਆਂ ਦੇ ਉੱਤੇ ਜ਼ਰੂਰ ਪੈਣੇ ਵਾਲਾ। ਹਾਲੇਲੂਇਆ। 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 ਔਰ ਖੁਦਾ ਦੀ ਹਜ਼ੂਰੀ ਨੂੰ ਸੀਰੀਅਸ ਲੈਣਾ, ਪਰਮੇਸ਼ਰ ਦੀ ਹਜ਼ੂਰੀ ਨੂੰ ਸੀਰੀਅਸ ਲੈਣਾ। ਬੋਲੋ, ਸੀਰੀਅਸ ਲੈਣਾ। ਖੁਦਾ ਦੀ ਹਜ਼ੂਰੀ ਨੂੰ ਸੀਰੀਅਸ ਲੈਣਾ, ਪਰਮੇਸ਼ਰ ਦੇ ਵਚਨ ਨੂੰ ਸੀਰੀਅਸ ਲੈਣਾ। ਮੈਂ ਕਈ ਵਾਰੀ ਦੇਖਿਆ ਖੁਦਾ ਦੀ ਹਜ਼ੂਰੀ ਨੂੰ ਬਹੁਤ ਸਾਰੇ ਲੋਕ ਸੀਰੀਅਸ ਨਹੀਂ ਲੈਂਦੇ, ਪਰਮੇਸ਼ਰ ਦੇ ਵਚਨ ਨੂੰ ਸੀਰੀਅਸ ਨਹੀਂ ਲੈਂਦੇ। ਇਸ ਲਈ ਸੋ ਜਾਂਦੇ ਨੇ, ਇਸ ਲਈ ਸੁਣਦੇ ਨੇ, ਇਸ ਲਈ ਦੂਰ ਰਹਿੰਦੇ ਨੇ, ਇਸ ਲਈ ਪ੍ਰਾਰਥਨਾ ਦੇ ਵੇਲੇ ਵਚਨ ਪੜ੍ਹਦੇ ਨੇ, ਵਚਨ ਦੇ ਵੇਲੇ ਅੱਖਾਂ ਬੰਦ ਕਰਕੇ ਬੈਠ ਜਾਂਦੇ ਨੇ। ਕਿਉਂ? ਕਿਉਂਕਿ ਖੁਦਾ ਦੀ ਹਜ਼ੂਰੀ ਨੂੰ ਸੀਰੀਅਸਲੀ ਨਹੀਂ ਲਿਆ, ਪਰਮੇਸ਼ਰ ਦੀ ਹਜ਼ੂਰੀ ਨੂੰ ਸੀਰੀਅਸ ਨਹੀਂ ਲਿਆ। ਤੁਹਾਡੇ ਮਨ ਦੇ ਅੰਦਰ ਕਈ ਵਾਰੀ ਐਸਾ ਖਿਆਲ ਆਉਂਦਾ ਨਾ, ਮੈਨੂੰ ਇਹਦਾ ਵੀ ਪਤਾ, ਅੱਜ ਜੋ ਵਚਨ ਹੋਣ ਵਾਲਾ ਮੈਨੂੰ ਇਹਦਾ ਵੀ ਪਤਾ, ਅੱਜ ਉਹ ਬੋਲਣ ਜਾ ਰਿਹਾ ਮੈਨੂੰ ਇਹਦਾ ਵੀ ਪਤਾ, ਇਹ ਤਾਂ ਇਸ ਤਰ੍ਹਾਂ, ਇਹ ਉਸ ਤਰ੍ਹਾਂ। ਮੈਂ ਤੁਹਾਨੂੰ ਕਹਾਂ, ਤੁਸੀਂ ਕਦੀ ਵੀ ਬਰਕਤ ਨੂੰ ਨਹੀਂ ਪਾਓਗੇ। ਜੇ ਖੁਦਾ ਦੀ ਬਰਕਤ ਨੂੰ ਪਾਣਾ, ਆਪਣੇ ਦਿਲ ਨੂੰ ਖੋਲਣਾ ਜ਼ਰੂਰੀ ਹੈ। ਹਾਲੇਲੂਇਆ। ਅੱਜ ਸੇ ਸਾਰੇ ਆਪਣੇ ਅੱਖਾਂ ਨੂੰ ਬੰਦ ਕਰੀਏ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ, ਹਾਲੇਲੂਇਆ। ਤੁਹਾਡਾ ਘਰ ਉਬੇਦ ਐਦੋਮ ਦਾ ਘਰ ਬੰਨੇ ਪਾਏ। ਲੈਟ देयर बी परफेक्ट ਆਰਡਰ ਇਨ ਯੋਰ ਹਾਊਸ। ਤੁਹਾਡੇ ਘਰ ਦੇ ਵਿੱਚ ਇੱਕ ਸਿੱਧ ਆਰਡਰ ਹੋਣੇ ਪਾਏ। ਸਿਰ ਕੌਣ ਹੈ, ਪੂੰਛ ਕੌਣ ਹੈ, ਪਤਾ ਲਗੇ। ਤੁਹਾਡੇ ਘਰ ਦਾ ਫੈਸਲਾ ਲੈਣ ਵਾਲਾ ਸਹੀ ਫੈਸਲਾ ਲੈ। ਮੇਰੇ ਪਿਆਰੇ ਅਜ਼ੀਜ਼ੋ, ਇਹ ਸਾਰੇ ਫੈਸਲੇ ਲੈਣ ਦੇ ਲਈ ਸਭ ਤੋਂ ਪਹਿਲਾਂ ਆਪਣਾ ਦਿਲ ਦਾ ਦਰਵਾਜ਼ਾ ਖੋਲਣਾ ਜ਼ਰੂਰੀ ਹੈ। ਹਾਲੇਲੂਇਆ। ਜੇਕਰ ਤੁਹਾਡੇ ਵਿੱਚੋਂ ਕੋਈ ਹੈ ਜੋ ਅੱਜ ਆਪਣੇ ਦਿਲ ਦਾ ਦਰਵਾਜ਼ਾ ਨੂੰ ਖੋਲਣਾ ਚਾਹੁੰਦਾ ਹੈ ਔਰ ਕਹੇਗਾ, ਪ੍ਰਭੂ ਯੀਸ਼ੂ ਤੁਸੀਂ ਮੇਰੇ ਘਰ ਦੇ ਵਿੱਚ ਆਓ, ਮੇਰੇ ਦਿਲ ਦੇ ਵਿੱਚ ਆਓ, ਪ੍ਰਭੂ ਆਏਗਾ, ਤੁਹਾਨੂੰ ਆਸ਼ੀਸ਼ ਦੇਵੇਗਾ, ਤੁਹਾਡੇ ਪਰਿਵਾਰਾਂ ਨੂੰ ਵੀ ਬਰਕਤ ਦੇਵੇਗਾ। ਜੇਕਰ ਤੁਹਾਡੇ ਵਿੱਚੋਂ ਕੋਈ ਹੈ, ਸਾਰੇ ਆਪਣੇ ਅੱਖਾਂ ਨੂੰ ਬੰਦ ਰੱਖਣਾ। ਵਚਨ ਕਹਿੰਦਾ, ਜਿੱਥੇ 2 ਜਾਂ 3 ਮੇਰਾ ਨਾਮ ਲੈ ਕੇ ਇਕੱਠੇ ਹੁੰਦੇ ਨੇ, ਉੱਥੇ ਮੈਂ ਮੌਜੂਦ ਹਾਂ। ਖੁਦਾ ਦੀ ਹਜ਼ੂਰੀ ਨੂੰ ਸੀਰੀਅਸਲੀ ਲਈਏ, ਪਰਮੇਸ਼ਰ ਦੀ ਹਜ਼ੂਰੀ ਦਾ ਡਰ ਰੱਖੀਏ, ਪਰਮੇਸ਼ਰ ਦੇ ਹਜ਼ੂਰੀ ਦਾ ਪੈਰ ਰੱਖੀਏ ਔਰ ਕਹੀਏ, ਖੁਦਾਵੰਦਾ
ਅੱਜ ਮੈਂ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲਦਾ ਹਾਂ। ਹਾਲੇਲੂਇਆ। ਅੱਜ ਮੈਂ ਆਪਣੇ ਦਿਲ ਦੇ ਦਰਵਾਜ਼ੇ ਨੂੰ ਤੇਰੇ ਲਈ ਖੋਲਦਾ ਹਾਂ। ਪਰਮੇਸ਼ਵਰ ਤੁਹਾਡੇ ਦਿਲ ਦੇ ਵਿੱਚ ਆਏਗਾ, ਤੁਹਾਡੇ ਘਰ ਦੇ ਵਿੱਚ ਆਏਗਾ। ਜੇਕਰ ਤੁਸੀਂ ਤੋਬਾ ਕਰਨਾ ਚਾਹੁੰਦੇ ਹੋ, ਆਪਣੇ ਪਾਪਾਂ ਤੋਂ ਮੁੜਨਾ ਚਾਹੁੰਦੇ ਹੋ, ਆਪਣਾ ਜੀਵਨ ਨੂੰ ਬਦਲਣਾ ਚਾਹੁੰਦੇ ਹੋ, ਤੁਸੀਂ ਖੜੇ ਹੋ ਸਕਦੇ ਹੋ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਜੇਕਰ ਤੁਹਾਡੇ ਵਿੱਚ ਕੋਈ ਹੈ ਜੋ ਅੱਜ ਤੋਬਾ ਕਰਨਾ ਚਾਹੁੰਦਾ ਹੈ ਔਰ ਕਹਿਣਾ ਚਾਹੁੰਦਾ, ਪ੍ਰਭੂ ਯੀਸ਼ੂ ਮੈਂ ਪਾਪੀ ਹਾਂ, ਮੈਂ ਪਿਛਲਾ ਸਮਾਂ ਜੈਸਾ ਵੀ ਜੀਆ, ਮੈਂ ਪਾਪ ਦੇ ਵਿੱਚ ਜੀਂਦਾ ਰਿਹਾ, ਲੇਕਿਨ ਮੈਂ ਆਪਣੇ ਜੀਵਨ ਨੂੰ ਸਹੀ ਕਰਨਾ ਚਾਹੁੰਦਾ। ਅੱਜ ਤੋਂ ਮੇਰਾ ਫੈਸਲਾ ਸਹੀ ਹੋਣੇ ਪਾਏ। ਕੋਈ ਹੋਰ ਜੋ ਤੋਬਾ ਕਰਨਾ ਚਾਹੁੰਦਾ ਹੋਵੇ ਔਰ ਕਹਿਣਾ ਚਾਹੁੰਦਾ, ਯੀਸ਼ੂ ਮੇਰੇ ਜੀਵਨ ਨੂੰ ਬਦਲ ਦਿਓ, ਮੇਰੇ ਹਾਲਾਤਾਂ ਨੂੰ ਬਦਲ ਦਿਓ, ਮੇਰੇ ਘਰ ਨੂੰ ਬਦਲ ਦਿਓ। ਜੇਕਰ ਕੋਈ ਹੋਰ ਜੋ ਤੋਬਾ ਕਰਨਾ ਚਾਹੁੰਦਾ ਹੋਵੇ, ਜਵਾਨੋ ਤੋਬਾ ਕਰਨਾ ਚਾਹੁੰਦੇ ਹੋ, ਆਪਣਾ ਜੀਵਨ ਖੁਦਾ ਨੂੰ ਦੇਣਾ ਚਾਹੁੰਦੇ ਹੋ, ਤੁਸੀਂ ਖੜੇ ਹੋ ਸਕਦੇ ਹੋ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਧੰਨਵਾਦ। ਹਾਲੇਲੂਇਆ। ਕੋਈ ਹੋਰ ਅੱਗੇ ਆਓ, ਅੱਗੇ ਆਓ ਜੋ ਤੋਬਾ ਕਰਨਾ ਚਾਹੁੰਦੇ ਨੇ, ਅੱਗੇ ਆ ਜਾਓ। ਕੋਈ ਹੋਰ ਜੋ ਤੋਬਾ ਕਰਨਾ ਚਾਹੁੰਦੇ ਨੇ, ਆਪਣਾ ਜੀਵਨ ਯੀਸ਼ੂ ਮਸੀਹ ਨੂੰ ਦੇਣਾ ਚਾਹੁੰਦੇ ਨੇ ਔਰ ਕਹਿਣਾ ਚਾਹੁੰਦੇ ਨੇ, ਯੀਸ਼ੂ ਮੈਂ ਪਾਪੀ ਹਾਂ, ਪਰ ਮੇਰੇ ਦਿਲ ਦੇ ਵਿੱਚ ਆਓ, ਮੈਂ ਤੇਰੀਆਂ ਬਰਕਤਾਂ ਨੂੰ ਮੇਰੇ ਜੀਵਨ ਦੇ ਵਿੱਚ, ਮੇਰੇ ਘਰ ਦੇ ਵਿੱਚ ਮੈਂ ਦੇਖਣਾ ਚਾਹਨਾ। ਹਾਲੇਲੂਇਆ, ਹਾਲੇਲੂਇਆ। ਖੁਦਾ ਤੁਹਾਨੂੰ ਆਸ਼ੀਸ਼ ਦੇਵੇਗਾ। ਤੁਹਾਡਾ ਇੱਕ ਫੈਸਲਾ ਤੁਹਾਨੂੰ ਵੀ ਬਦਲੇਗਾ, ਤੁਹਾਡੇ ਪਰਿਵਾਰਾਂ ਨੂੰ ਵੀ ਬਦਲੇਗਾ, ਤੁਹਾਡੇ ਹਾਲਾਤਾਂ ਨੂੰ ਬਦਲੇਗਾ। ਕੋਈ ਹੋਰ ਜੋ ਤੋਬਾ ਕਰਨਾ ਚਾਹੁੰਦੇ ਨੇ, ਕੋਈ ਹੋਰ ਜੋ ਆਪਣਾ ਜੀਵਨ ਯੀਸ਼ੂ ਮਸੀਹ ਨੂੰ ਦੇਣਾ ਚਾਹੁੰਦੇ ਨੇ ਔਰ ਕਹਿਣਾ ਚਾਹੁੰਦੇ, ਯੀਸ਼ੂ ਮੈਂ ਪਾਪੀ ਹਾਂ, ਮੇਰੇ ਦਿਲ ਦੇ ਵਿੱਚ ਆਓ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਲਾਰਡ, ਥੈਂਕ ਯੂ ਲਾਰਡ। ਹਾਲੇਲੂਇਆ। ਅੱਗੇ ਆਓ। ਧੰਨਵਾਦ ਯੀਸ਼ੂ ਰਾਜਾ, ਤੇਰਾ ਧੰਨਵਾਦ, ਧੰਨਵਾਦ। ਕੋਈ ਹੋਰ जो तौबा करना चाहते हो, प्रेज़ द लॉर्ड। हालेलुया। मेरे पीछे पीछे बोलना, अखा बंद करो, हाथ जोड़ो, मेरे पीछे बोलना, प्रभु यीशु मसीह। ऊंची आवाज ना बोलो, प्रभु यीशु मसीह मैं पापी हाँ, मैनू माफ करो, मेरे दिल दे विच आओ, मैनू सारे पापां तो मैनू शुद्ध करो। मैं तुहानू अपना मुक्तिदाता कबूल करता हाँ। मेरा दिल तेरा मंदिर बने, इस विच तुसी वास करो। मैं अपना बकाया जीवन तुहाडे विच हो के गुजारांगा। अपनी आमद लई तैयार करो। आमीन।